दोस्तों खबरों के बुलेटिन में तुहाडा स्वागत है। सब तो पहला नज़र मारते हाँ पहली खबर ते पूरे पंजाब की होया उसका ब्यूरो लैके एक बार फिर मैं कुलवंत सिंह गिल हाजिर हो चुकिया। सो सब तो पहला हुशियारपुर की खबर। हुशियारपुर के हाजीपुर में पंचायत द्वारा शहर दीयां दुकानां अगे निकासी नालियां की सफाई के काम के लिए जिमें ही ठेकेदार ने अपनी JCB मशीन नाल रास्ते में आ रहे बीयर बार के बोर्ड नूं उखाड़न की कोशिश की गई। तैश विच आए बीयर बार के मालकां ने JCB ऑपरेटर की सरे बाजार कुटमार कर दी और सारी वारदात CCTV कैमरे में रिकॉर्ड हो गई। दूजे पासे ठेकेदार ने कहा कि सरकारी काम में रुकावट पाने तुरंत परचा दर्ज किया जाए। बहरहाल पुलिस ने दो दोषियों को हिरासत में लैके कार्रवाई शुरू कर दी है। भाई काम करता पे ये आके कहता मैंने बोर्ड पढ़ता नहीं, आके मेरे थप्पड़ मारते मशीन च बढ़ के ना, लत्ता भी मारियां थप्पड़ भी मारे। कपड़े बंदा भाई पता नहीं, मैं वो मुंडा देखा है। हाँ जी ਤੁਹਾਨੂੰ ਕਿਹਨੇ ਕਿਹਾ ਕੰਮ ਕਰਨ ਨੂੰ? ये PW गवर्नमेंट ने जी। ਉਹਨਾਂ ਨੇ ਕਿਹਾ हाँ जी ਤੇ ਕੁਝ ਨਹੀਂ, ਮੈਂ ਲੇਬਰ ਲੈਣ ਵਾਸਤੇ ਚੱਲ ਗਿਆ ਤੇ ਜਿਸ ਜਗ੍ਹਾ ਮੈਂ ਇੱਥੇ ਪਹੁੰਚਾ ਤੇ ਇਹ ਇੱਕ ਦੁਕਾਨਦਾਰ ਹੈ ਇੱਥੇ, ਉਹਨੇ ਆਣ ਕੇ ਮੇਰੇ ਆਪਰੇਟਰ ਨੂੰ ਮਾਰਿਆ ਕੁੱਟਿਆ, ਉਹਦੇ ਨੋਹ ਲਾਤੇ, ਉਹਨੂੰ ਇੰਨਾ ਕੁੱਟਿਆ ਕਿ ਉਹ ਹਾਲੇ ਤੱਕ ਹੋਸ਼ ਨਹੀਂ ਹੈ। ਸੋ ਇਹ PWD ਕੋਲ ਗਏ, ਉਹਨਾਂ ਨੇ ਫਿਰ ਸਾਨੂੰ ਚਿੱਠੀ ਕੱਢਦੀ। ਅਸੀਂ ਵੀਡੀਓ ਸਾਹਿਬ ਨੂੰ ਕਿਹਾ, ਉਹਨਾਂ ਨੇ ਕਿਹਾ ਪੰਚਾਇਤ ਕਰਾ ਦੇਵੇ। ਪੰਚਾਇਤ ਕੰਮ ਕਰਾ ਰਹੀ ਸਫਾਈ ਦਾ, ਜਿਹੜੇ ਨਾਲਿਆਂ ਦੇ ਕੰਮ ਨਾਲਿਆਂ ਦੀ ਜਿਹੜੀਆਂ ਸਲੈਪਾਂ ਉਹ ਵੀ ਚੱਕਣੀਆਂ ਪੈਣੀਆਂ। ਜਿਹੜਾ ਨਾਲ ਸਮਾਨ ਹੈਗਾ ਅਸੀਂ ਉਹ ਲੌਸਮੈਂਟ ਕਰਾਏ 2-3 ਵਾਰੀ ਤੇ ਆਪਣਾ ਸਮਾਨ ਜਿਹੜੇ ਨਾਲਿਆਂ ਦੀਆਂ ਸਲੈਪਾਂ ਹੈਗੀਆਂ ਚੱਕ ਉੱਚੀਆਂ ਕਰ ਲਓ, ਪਰੇ ਕਰ ਲਓ, ਅਸੀਂ ਨਾਲਾ ਸਾਫ਼ ਕਰਾਉਣਾ। ਸੋ ਅੱਜ ਮੈਂ ਤਾਂ ਗਿਆ ਹੋਇਆ ਸੀ ਕਿਤੇ, ਹੁਣ ਉਹ ਕੰਮ ਸਾਰਾ ਲੱਗਾ ਸੀ, ਠੇਕਾ ਸੀ ਦਿੱਤਾ ਕਿਸੇ ਨੂੰ ਕੰਮ ਕਰਨ ਲਈ, JCB ਲਾਈ ਸੀ, ਟਰਾਲੀਆਂ ਲਾਈਆਂ। ਉਹ ਕੋਈ ਬੰਦਾ ਕੁੱਟ ਸੁੱਟਿਆ। ਖੈਰ ਕੁਛ ਬੰਦੇ ਇੱਦਾਂ ਦੇ ਆ ਕਿ ਭਾਵੇਂ ਹੀ ਨੌਕਰ ਨੇ ਉਹਨਾਂ ਦੇ, ਪਰ ਉਹ ਜਿਹੜੇ ਬੰਦੇ ਆ ਜਾਂ ਉਹ ਕੰਮ ਤੋਂ ਖੁਸ਼ ਹੈ ਨਹੀਂ ਜਾਂ ਫਿਰ ਕੰਮ ਦੇ ਵਿੱਚ ਵਿਘਨ ਪਾ ਰਹੇ ਨੇ। ਸੋ ਸਾਡੀ ਬੇਨਤੀ ਆ ਸਾਰੇ ਪ੍ਰਸ਼ਾਸਨ ਅੱਗੇ ਵੀ ਜਿਹੜਾ ਕੰਮ ਅਸੀਂ ਕਰਾ ਰਹੇ ਹਾਂ, ਅਸੀਂ ਕਰਾ ਤਾਂ ਭਲੇ ਦਾ ਕੰਮ ਰਹੇ ਹਾਂ, ਪਰ ਇਹਦੇ ਵਿੱਚ ਸਾਡਾ ਸਹਿਯੋਗ ਕਰਨ, ਨਾ ਕਿ ਰੋਕਣ। पंजाब में आम आदमी पार्टी की सरकार बनने के बाद सेवा मुहैया करवाने के दावे बिल्कुल खोखले नज़र आ रहे हैं। जिसकी ताज़ा मिसाल मोगा के सरकारी हस्पताल 'च वेखण नूं मिली, जिसने कृष्णा लैब जिथे पिछले 2 दिनों तो लाइट ना होने करके मरीजों को काफ़ी परेशानी का सामना करना पै रहा है और नाल ही स्टाफ का पूरा प्रबंध ना होने करके मरीजों में काफ़ी रोस वेखण नूं मिल रहा है। गुरमीत सिंह जी सरकारी हस्पताल आए हो, लैब के विच खड़े हो, की समस्या की है? समस्या भाई जी है कि जो सहूलत सरकार ने लोगों वास्ते दी है, पर लोगों को इसका सही प्रॉपर फायदा नहीं मिल रहा। की कारण समझते हैं? कारण ये समझते जो असीं इत्थे कोई भी टैसट करन देने वास्ते आउणे आ, ये सानू आख दिंदे आ जी असीं वो जिहड़े टैसट लुधियाणे भेजे। पहली गल इत्थे प्रॉपर ना तां पूरा स्टाफ है ना पूरे डॉक्टर है। 3-3 दिन असीं रिपोर्ट की खातर आउणे आ, उधरों डॉक्टर कहंदा भी सानू रिपोर्ट लैके विखाओ, रिपोर्ट मिलती नहीं, लोग बड़े खज्जल खुआर हो रहे हैं। ਤੁਹਾਨੂੰ ਕਿੰਨੇ ਦਿਨ ਹੋ ਗਏ? साही तीजा दिन हो गए। ਭੈਣ ਜੀ ਕੀ ਨਾਂ ਤੁਹਾਡਾ ਜੀ? ਮਨਜੀਤ ਕੌਰ ਕਿੱਥੋਂ ਦੇ ਰਹਿਣ ਵਾਲੇ? ਨਿਹਾਲ ਸਿੰਘ ਵਾਲੇ ਦੇ। ਸਰਕਾਰੀ ਹਸਪਤਾਲ ਆਏ ਸੀ, ਟੈਸਟ ਕਰਵਾਉਣ ਆਏ ਸੀਗੇ, ਕਾਹਦੇ ਟੈਸਟ ਟੈਸਟ ਕਰਵਾਉਣ ਮੁੰਡੇ ਦੇ ਕਰਵਾਉਣ ਆਏ ਸੀਗੇ, ਬਹੁਤ ਜ਼ਿਆਦਾ ਸੀਰੀਅਸ ਸੀ। ਹਜੇ ਤੱਕ ਸਾਨੂੰ ਕੁਝ ਨਹੀਂ ਮਿਲਿਆਗਾ, ਕੋਈ ਵੀ ਟੈਸਟ। ਤੇ ਦੂਜੀ ਗੱਲ ਇੱਥੋਂ ਦੀ ਬੋਲੀ ਵੀ ਬਹੁਤ ਗੰਦੀ ਆ, ਮੈਂ ਡਾਕਟਰਾਂ ਦੀ ਕੋਈ ਵੀ ਨਹੀਂ ਪਿਆਰ ਨਾਲ ਬੋਲਦਾ ਗਾ ਸਾਰੇ। ਬਸ ਸਾਨੂੰ ਤਾਂ ਇੱਥੋਂ ਤੱਕ ਵੀ ਸਿਕਿਉਰਿਟੀ ਗਾਰਡ ਵੀ ਮੰਗਾ ਲਿਆ ਸੀ ਕਮਰੇ ਚੋਂ ਕੱਢਣ ਵਾਸਤੇ। ਮੈਡਮ ਨੇ ਉੱਪਰ 3ਜੀ ਮੰਜ਼ਲ ਤੇ ਮੁੰਡਾ ਦਾਖਲ ਸੀਗਾ ਤੇ ਸਿਕਿਉਰਿਟੀ ਗਾਰਡ ਵੀ ਮੰਗਾ ਲਿਆ ਸੀਗਾ ਬਾਹਰ ਕੱਢਣ ਵਾਸਤੇ। ਇੱਥੇ ਕਦੇ ਟੈਸਟ ਕਰਾਉਣਾ ਸੀ? ਇੱਥੇ ਟੈਸਟ ਅਸੀਂ ਤੇ 4-5 ਟੈਸਟ ਲਿਖੇ ਸੀ ਡਾਕਟਰਾਂ ਨੇ, ਉਹ ਟੈਸਟ ਕਰਵਾਉਣੇ ਸੀਗੇ, ਹਜੇ ਤੱਕ ਮਿਲੇ ਨਹੀਂ ਗਏ। ਕਦੋਂ ਕਰਵਾਏ ਸੀਗੇ? ਉਹ ਕਰਵਾਏ ਸੀ ਅਸੀਂ 25 ਤਰੀਕ ਨੂੰ ਕਰਾਏ ਸੀ। ਸਰਕਾਰੀ ਹਸਪਤਾਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸਿਹਤ ਸੁਵਿਧਾ ਪ੍ਰਦਾਨ ਕਰਨ ਨੂੰ ਲੈ ਕੇ ਇੱਕ ਲੈਬ ਬਣਾਈ ਗਈ ਹੈ। ਹਾਂਜੀ, ਪਰ ਲੈਬ ਦੇ ਵਿੱਚ ਜਿਹੜੀ ਹੈਗੀ ਹੈ ਦਾਅਵਿਆਂ ਦੀ ਜਿਹੜੀ ਆ ਪੋਲ ਖੁੱਲਦੀ ਨਜ਼ਰ ਆ ਰਹੀ ਹੈ। ਕੱਲ ਦੀ ਮਸ਼ੀਨਾਂ ਬੰਦ ਹੈ, ਲੋਕ ਇੱਥੇ ਖੱਜਲ ਖੁਆਰ ਹੋ ਰਹੇ। ਦੇਖੋ ਮੇਰੇ ਨਜ਼ਰ ਵਿੱਚ ਹੁਣ ਧਿਆਨ ਵਿੱਚ ਫੋਨ ਆਇਆ ਵਾ ਜਦੋਂ ਤੁਸੀਂ ਇਹ ਕੀਤਾ ਵਾ, ਠੀਕ ਹੈ। ਮੈਂ ਕੁਛ ਤੁਹਾਡੇ ਨਾਲ ਵੀ ਆਇਆ, ਇਹਨਾਂ ਨੂੰ ਪੁੱਛਿਆ ਤਾਂ MCP ਦਾ ਸਵਿਚ ਮੇਨ ਪੈਨਲ ਬੋਰਡ ਤੋਂ ਸੜਿਆ ਵਾ ਤੇ ਉਹ ਕਹਿ ਰਿਹਾ ਅਸੀਂ ਆਪਣਾ ਆਰਡਰ ਪਾਤਾ ਚੰਡੀਗੜ੍ਹੋਂ ਤੋਂ ਸ਼ਾਮ ਤੱਕ, ਅੱਜ ਸ਼ਾਮ ਤੱਕ ਜਾਂ ਕੱਲ ਮਾਰਨਿੰਗ ਤੱਕ ਆ ਜਾਊਗਾ ਤੇ ਰੈਕਟੀਫਿਕੇਸ਼ਨ ਹੋ ਜੂਗੀ, ਚੱਲ ਜੂਗਾ। ਸਰ ਲੱਗਦਾ ਨਗਰ ਨਿਗਮ ਮੋਗਾ ਕੋਲ ਕਰੋੜਾਂ ਰੁਪਏ ਪਏ ਹਨ। ਇਸ ਦੇ ਬਾਵਜੂਦ ਸ਼ਹਿਰ ਦੀਆਂ ਸੜਕਾਂ ਤੇ ਗਾਵਾਂ ਰੁਲ ਰਹੀਆਂ ਹਨ ਅਤੇ ਦੂਜੇ ਪਾਸੇ ਪਸ਼ੂ ਲੰਪੀ ਵਾਇਰਸ ਨਾਲ ਪ੍ਰਭਾਵਿਤ ਹੋਏ ਪਏ ਹਨ, ਪਰ ਗਊਆਂ ਦੇ ਇਲਾਜ ਦੇ ਲਈ ਕੋਈ ਵੀ ਡਾਕਟਰ ਜਾਂ ਦਵਾਈ ਮੁਹੱਈਆ ਸਰਕਾਰ ਨਹੀਂ ਕਰਵਾ ਰਹੀ। इस बारे बोलदे गऊ भगत समाज सेवी मनोज अरोड़ा ने कहा कि सरकारी दावे खोखले हैं। उन्होंने मांग की कि सरकार इन्हां बेजुबानां वल ध्यान देवे। पहली गल तो यह भी गऊ नूं आपां माता कहा हुआ है, पर माता समझिया नहीं। माता कहण ते माता समझण 'च बहुत फर्क हुंदा। जे इन्हां सरकारां ने गऊ नूं माता समझिया हुंदा तां गऊ माता दी दुर्दशा ना हुंदी जो अज सड़कों ते रुल रही है। असीं हर चीज़ ते काउंसल्स दे रहे हैं, शराब ते
ਆਪਾਂ ਜਿਹੜੀ ਵੀ ਚੀਜ਼ ਲੈਂਦੇ ਹਾਂ, ਸੀਮੈਂਟ ਦੀ ਬੋਰੀ ਹੈ ਜਾਂ ਆਪਾਂ ਮੈਰਿਜ ਪੈਲਸ ਬੁੱਕ ਕਰਾਉਂਦੇ ਨਵੀਂ ਸਕੂਲ, ਸਭ ਦੇ ਕਾਊਸੈਸ ਦੇ ਰਿਹਾ, ਲੇਕਿਨ ਉਹ ਕਾਊਸੈਸ ਕਿਸ ਵਾਸਤੇ ਦੇ ਰਿਹਾ? ਕਾਊ ਵਾਸਤੇ, ਲੇਕਿਨ ਉਹ ਕਾਊ 'ਤੇ ਨਹੀਂ ਲੱਗ ਰਿਹਾ। ਉਹ ਕਾਊਸੈਸ ਜਾ ਕਿੱਥੇ ਰਿਹਾ? ਮੋਗਾ ਨਗਰ ਨਿਗਮ ਕੋਲ ਇੰਨਾ ਕੁ ਕਾਊਸੈਸ ਪਿਆ ਕਿ ਇੱਕ ਗਊ ਵੰਸ਼ ਵੀ ਸੜਕ ਤੇ ਨਾ ਦਿਖੇ, ਲੇਕਿਨ ਨਗਰ ਨਿਗਮ ਕੁਛ ਕਰ ਹੀ ਨਹੀਂ ਰਿਹਾ ਜੀ। ਲੰਪੀ ਸਕਿਨ ਨੂੰ ਲੈ ਕੇ ਸਰਕਾਰ ਨੇ ਵੱਡੇ ਵੱਡੇ ਦਾਅਵੇ ਕੀਤੇ, ਹਰ ਪਿੰਡ ਹਰ ਸ਼ਹਿਰ ਦੇ ਵਿੱਚ ਜਿਹੜੀ ਮੈਡੀਸਨ ਉਪਲਬਧ ਕਰਵਾਈ ਗਈ ਹੈ, ਪਰ ਤੁਸੀਂ ਕੋਲੋਂ ਜਿਹੜੇ ਆਪਣੇ ਪੈਸੇ ਖਰਚ ਕੇ ਗਊਆਂ ਦਾ ਇਲਾਜ ਕਰ ਰਹੇ ਹੋ। ਸਰਕਾਰ ਦਾ ਕੰਮ ਹੀ ਵਾਅਦੇ ਕਰਨਾ ਹੁੰਦਾ ਜੀ, ਸਿਰਫ ਸਰਕਾਰ ਨੇ ਕਾਗਜ਼ਾਂ 'ਚ ਹੀ ਵਾਅਦੇ ਕੀਤੇ ਆ ਜੀ, ਕੋਈ ਕਿਸੇ ਕੋਲ ਕੋਈ ਸੁਵਿਧਾ ਨਹੀਂ ਆਈ ਜੀ। ਸਾਡੇ ਕੋਲ ਤਾਂ ਹਾਲੇ ਤੱਕ ਕੋਈ ਸੁਵਿਧਾ ਆਈ ਨਹੀਂ ਜੀ। ਜਦੋਂ ਦੀ ਲੰਪੀ ਸਕਿਨ ਫੈਲੀ ਹੁਣ ਤੱਕ ਤੁਸੀਂ ਕਿੰਨੀਆਂ ਕੁ ਜਿਹੜੇ ਗਊ ਧਨ ਜਿਹੜੇ ਗਊ ਧਨ ਉਹਨਾਂ ਦਾ ਇਲਾਜ ਕਰ ਚੁੱਕੇ ਹੋ? ਵੀਰ ਜੀ ਮੈਂ ਤਾਂ ਕੋਈ ਗਿਣਤੀ ਕੀਤੀ ਨਹੀਂ, ਸਵੇਰ ਤੋਂ ਲੈ ਕੇ ਸ਼ਾਮ ਤੱਕ ਇੰਨੇ ਕੁ ਫੋਨ ਆਉਂਦੇ ਆ, ਇੰਨੇ ਕੁ ਫੋਨ ਆਉਂਦੇ ਆ, ਗਿਣਤੀ ਕਰਨ ਦਾ ਟਾਈਮ ਹੀ ਨਹੀਂ ਲੱਗਦਾ ਜੀ। ਕਈ ਵਾਰ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਰੋਟੀ ਖਾਣ ਦਾ ਟਾਈਮ ਹੀ ਨਹੀਂ ਲੱਗਦਾ ਜੀ। ਜਿਹੜੀ ਗਊ ਮਾਤਾ ਨੂੰ ਪਿੱਛੇ ਤੁਸੀਂ ਇਲਾਜ ਕੀਤਾ, ਕੀ ਹੋਇਆ ਸੀ ਇਹਨਾਂ ਨੂੰ? ਇਹਦੀ ਲੰਪੀ ਸਕਿਨ ਹੋਈ ਸੀ ਜੀ। ਲੰਪੀ ਸਕਿਨ ਹੁਣ ਜਦੋਂ ਜਾ ਰਹੀ ਹੈ ਜੀ, ਆਪਦੇ ਨਿਸ਼ਾਨ ਛੱਡ ਰਹੀ ਹੈ। ਗਊ ਮਾਤਾ ਦੇ ਜ਼ਖਮ ਹੋ ਰਹੇ ਆ ਪੈਰਾਂ ਤੇ, ਮੂੰਹ ਤੇ, ਅੱਖਾਂ ਤੇ। ਇਹ ਲੰਪੀ ਸਕਿਨ ਜਦੋਂ ਜਾਂਦੀ ਜਾਂਦਾ ਨਿਸ਼ਾਨ ਛੱਡ ਕੇ ਜਾਂਦੀ ਹੈ। ਹੁਣ ਜ਼ਿਆਦਾ ਜਿਹੜੇ ਕੇਸ ਆ ਰਹੇ ਇਹੀ ਆ ਰਿਹਾ ਵੀ ਗਊ ਜ਼ਖਮੀ ਹੋਗਾ, ਗਊ ਦੇ ਕੀੜੇ ਪੈ ਗਏ ਜੀ। ਇਹਨਾਂ ਦੇ ਕੀੜੇ ਵੀ ਪਏ ਹੋਏ ਸੀ? ਇਹਨਾਂ ਦੇ ਕੀੜੇ ਪਏ ਆ ਜੀ, ਕੁਝ ਖਾ ਨਹੀਂ ਸਕਦੀ ਵਿਚਾਰੀ, ਕੁਝ ਪੀ ਨਹੀਂ ਸਕਦੀ। ਅੱਜ ਸੰਗਰੂਰ ਹਲਕੇ ਵਿੱਚ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗ ਕਰਨ ਦੇ ਲਈ ਪਹੁੰਚੇ ਹੋਏ ਸਨ, ਜਿੱਥੇ ਵਿਕਾਸ ਨੂੰ ਲੈ ਕੇ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਮਾਨ ਨੇ ਕਿਹਾ ਕਿ ਸੰਗਰੂਰ ਹਲਕੇ ਦੇ ਵਿਕਾਸ ਲਈ ਕਿਸੇ ਕਿਸਮ ਦੀ ਰਾਜਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਾਰੀ ਡਿਵੈਲਪਮੈਂਟ ਜਿਹੜੀ ਸਾਡੇ ਜ਼ਿਲ੍ਹੇ ਦੇ ਵਿੱਚ ਹੋ ਰਹੀ ਹੈ, ਜਿਹੜੀ ਕਮੀ ਹੈ ਉਹਦੇ ਸਾਰੇ ਬਾਰੇ ਗੱਲਬਾਤ ਕੀਤੀ ਹੈ। ਮੈਂ ਕਿਹਾ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਤੇ ਮੈਂਬਰ ਆਫ ਪਾਰਲੀਮੈਂਟ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਹੈ, ਪਰ ਸਾਡਾ ਮਤਲਬ ਹੈ ਐਡਮਿਨਿਸਟ੍ਰੇਸ਼ਨ ਚਲਾਉਣ ਦਾ, ਆਮ ਪਾਰਟੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ। ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਮੇਰੇ ਵੱਲੋਂ ਜਾਂ ਹੋਰ ਕਿਸੇ ਵੱਲੋਂ। ਅਸੀਂ ਜ਼ਿਲ੍ਹੇ ਦੀ ਡਿਵੈਲਪਮੈਂਟ ਚਾਹੁੰਦੇ ਹਾਂ ਤੇ ਸਾਰੇ ਪੱਖਾਂ ਤੋਂ ਕਿਸੇ ਦੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ। ਸਾਰੇ ਇੱਕ ਹੈਗੇ ਹੈ ਤੇ ਇਹ ਸਾਡੀ ਪਾਲਿਸੀ ਹੈ ਕਿ ਅਸੀਂ ਜਿਹੜੀ ਡਿਵੈਲਪਮੈਂਟ ਸਰਕਾਰ ਕਰ ਰਹੀ ਹੈ ਉਹਦੇ ਵਿੱਚ ਪੂਰਾ ਹੱਥ ਦੇਵਾਂਗੇ। ਜੇ ਹੋਰ ਵੀ ਡਿਵੈਲਪਮੈਂਟ ਹੋ ਸਕਦੀ ਹੈ ਉਹਦੇ 'ਚ ਵੀ ਦੇਵਾਂਗੇ। ਇਹਦੇ ਵਿੱਚ ਸਾਡੀ ਸਿਆਸਤ ਨਹੀਂ ਆਊਗੀ ਸਾਡੀ ਪਾਰਟੀ ਵੱਲੋਂ। ਜਲਾਲਾਬਾਦ ਦੇ ਚੁੱਗ ਪੈਸਟੀਸਾਈਡ ਦੇ ਗੋਦਾਮਾਂ ਵਿੱਚ ਡੀਏਪੀ ਖਾਦ ਨੂੰ ਲੈ ਕੇ ਬੀਤੇ ਸਾਲ ਨਵੰਬਰ ਮਹੀਨੇ ਵਿੱਚ ਸੀਲ ਕੀਤੇ ਗੋਦਾਮਾਂ ਵਿੱਚੋਂ ਟਰੈਕਟਰ ਟਰਾਲੀ ਅਤੇ ਡੀਏਪੀ ਖਾਦ ਗਾਇਬ ਹੋ ਗਈ ਸੀ। ਇਸ ਮਾਮਲੇ ਵਿੱਚ ਬੀਤੇ ਸਾਲ ਨਵੰਬਰ ਮਹੀਨੇ ਵਿੱਚ ਕਿਸਾਨ ਜਥੇਬੰਦੀਆਂ ਨੇ ਖਾਦ ਬਲੈਕ ਕਰਨ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਰੇਡ ਕਰਕੇ ਗੋਦਾਮ ਨੂੰ ਸੀਲ ਕਰ ਦਿੱਤਾ ਸੀ, ਪਰ ਗੋਦਾਮਾਂ ਦੇ ਮਾਲਕ ਇਸ ਮਾਮਲੇ ਨੂੰ ਰਫਾ ਦਫਾ ਕਰਨ ਦੇ ਚੱਕਰ ਵਿੱਚ ਹਨ। ਅਦਾਲਤਾਂ ਨੇ ਇਸ ਦੀ ਖਾਦ ਰਿਲੀਜ਼ ਕਰਨ ਨੂੰ ਰਿਫਿਊਜ਼ ਕਰ ਦਿੱਤਾ ਸੀ। ਇਸ ਨੇ ਆਪਦੇ ਲੋਕਲ ਪੋਲੀਟੀਕਲ ਪ੍ਰੈਸ਼ਰ ਪਾ ਕੇ, ਲੋਕਲ ਵਿਧਾਇਕਾਂ ਦਾ ਪ੍ਰੈਸ਼ਰ ਪਾ ਕੇ, ਔਰ ਕਿਉਂਕਿ ਇਹ ਕਦੇ ਪਹਿਲੇ ਆਪਣੇ ਆਪ ਨੂੰ ਕਾਂਗਰਸੀ ਹੋ ਜਾਂਦਾ ਹੈ, ਕਦੇ ਅਕਾਲੀ ਦਲ ਹੋ ਜਾਂਦਾ ਹੈ, ਅੱਜ ਇਹ ਆਪਦੇ ਆਪ ਨੂੰ ਕਹਿੰਦਾ ਮੈਂ ਆਮ ਆਦਮੀ ਪਾਰਟੀ ਦਾ ਬੰਦਾ ਹਾਂ। ਆਮ ਆਦਮੀ ਪਾਰਟੀ ਦੇ ਨੇ ਬੋਰਡ ਲਾਏ ਹੋਏ ਹਨ ਔਰ ਸਾਡਾ ਮੌਜੂਦਾ ਵਿਧਾਇਕ ਜਗਦੀਪ ਗੋਲਡੀ ਕੰਬੋਜ ਜਿਹੜਾ ਕੀ ਕਹਿੰਦਾ ਹੈ ਕਿ ਮੈਂ ਇਮਾਨਦਾਰੀ ਜਲਾਲਾਬਾਦ 'ਚ ਦੇਣੀ ਹੈ, ਇਸ ਨੂੰ ਸ਼ਰੇਆਮ ਲਿਜਾ ਕੇ ਮਾਰਕੀਟ ਕਮੇਟੀ ਦੇ ਵਿੱਚ ਇਸ ਦੀ ਦੁਕਾਨਾਂ ਦੇ ਉੱਤੇ ਤੁਸੀਂ ਕੱਲ੍ਹ ਵੀ ਵੇਖੋ ਕਿ ਜੋ ਆਮ ਆਦਮੀ ਪਾਰਟੀ ਦੇ ਬੰਦੇ ਹਨ ਇਹ ਉਹਨਾਂ ਨੂੰ ਮੂੰਹ ਮਿੱਠੇ ਕਰਾ ਰਿਹਾ ਹੈ। ਕਿਸ ਵਾਸਤੇ? ਤਾਂ ਕਿ ਇਹਦਾ ਜਿਹੜਾ ਕੰਮ ਹੈ ਉਹ ਬਚ ਜਾਵੇ ਤੇ ਖਾਦ ਕਰੋੜਾਂ ਰੁਪਈਆਂ ਦੀ ਬਚ ਜਾਵੇ। ਸ਼ੁਗਰ ਦੇ ਗੋਦਾਮ ਸੀ, ਇਹ ਪਿਛਲੇ ਸਾਲ ਨਵੰਬਰ ਦੇ ਵਿੱਚ ਇਹਨਾਂ ਦੀ ਫਰਟੀਲਾਈਜ਼ਰਸ ਵਗੈਰਾ ਡੀਏਪੀ ਸੀਲਸ ਕੀਤੀਆਂ ਸੀਗੀਆਂ, ਇਲੀਗਲ ਸੀਲ ਸੀਗੇ, ਜਿਹੜੀ ਕਿ ਐਗਰੀਕਲਚਰ ਡਿਪਾਰਟਮੈਂਟ ਤੋਂ ਇਹਨਾਂ ਨੂੰ ਸੀਲ ਕੀਤਾ ਗਿਆ ਸੀਗਾ। ਉਹਦੇ ਰਿਗਾਰਡਿੰਗ ਮੈਨੂੰ ਡੀਸੀ ਸਾਹਿਬ ਨੇ ਐਸਡੀਐਮ ਜਲਾਲਾਬਾਦ ਨੂੰ ਅਥੋਰਾਈਜ਼ ਕੀਤਾ ਸੀ, ਜੂਨ 'ਚ 24 ਜੂਨ ਦਾ ਸ਼ਾਇਦ ਆਰਡਰ ਸੀ, ਤੇ ਉਹਦੇ ਰਿਗਾਰਡਿੰਗ ਕਨਫਿਸਕੇਟ ਕਰਨਾ ਸੀ ਸੈਕਸ਼ਨ 6 ਦੇ ਤਹਿਤ। ਤੇ ਉਹ ਫਿਰ ਮੈਂ ਅੱਜ ਕਾਰਵਾਈ ਕਰਕੇ ਸਾਰੇ ਕੰਪਲੇਨੈਂਟਸ ਨੂੰ ਜਿਹੜਾ ਜਿਨ੍ਹਾਂ ਦੀ ਚੁੱਕ ਏਜੰਸੀ ਸੀਗੀ ਉਹਨਾਂ ਨੂੰ, ਐਗਰੀਕਲਚਰ ਡਿਪਾਰਟਮੈਂਟ ਨੂੰ, ਪੁਲਿਸ ਡਿਪਾਰਟਮੈਂਟ ਨੂੰ, ਸਾਰਿਆਂ ਨੂੰ ਨਾਲ ਲੈ ਕੇ ਕਨਫਿਸਕੇਟ ਕਰਨ ਵਾਸਤੇ ਜਿਹੜੀ ਪਹਿਲੀ ਪ੍ਰੋਵੀਜ਼ਨ ਹੈ ਕਿ ਗੋਡਾਊਨ ਖੁਲਾ ਕੇ ਦੇਖੇ ਜਾਣਗੇ। ਸਾਰਿਆਂ ਦੀ ਹਾਜ਼ਰੀ 'ਚ ਖੁਲਾਏ ਗਏ, ਜਿਹਦੇ ਵਿੱਚ ਇੱਕ ਗੋਡਾਊਨ ਨੰਬਰ 4 ਦੇ ਵਿੱਚ ਇੱਕ ਮੈਨੂੰ ਮੌਕੇ 'ਤੇ ਜਿਹੜੇ ਕੰਪਲੇਨੈਂਟ ਸੀ ਉਹਨਾਂ ਨੇ ਇੱਕ ਲਿਖਤੀ ਕੰਪਲੇਂਟ ਦਿੱਤੀ ਕਿ ਉਸ ਟਾਈਮ ਉੱਥੇ ਇੱਕ ਟਰੈਕਟਰ ਖੜ੍ਹਾ ਸੀ, ਜਿਹੜਾ ਟਰੈਕਟਰ ਖੜ੍ਹਾ ਸੀ ਉਹ ਬੋਰੀਆਂ ਨਾਲ ਭਰਿਆ ਹੋਇਆ ਸੀ, ਪਲੱਸ ਉਹਦੇ 'ਤੇ ਸ਼ਾਇਦ ਸੀਲ ਵੀ ਲਾਈ ਸੀ, ਲੇਕਿਨ ਉਹ ਅਵੇਲੇਬਲ ਨਹੀਂ ਸੀ।
ਜਿਹੜਾ ਕਿ ਮੈਂ ਦੇਖਿਆ। ਇਸ ਤੋਂ ਇਲਾਵਾ ਮੈਂ ਇੱਕ ਇਹ ਵੀ ਨੋਟ ਕੀਤਾ ਕਿ ਜਿਹੜੀ ਇਹ ਕੱਟੇ ਸੀਗੇ ਉਹ ਪੂਰੇ ਇਹਨਾਂ ਨੇ ਟਰੈਕ ਕਰਕੇ ਜਾਂ ਟੈਗ ਕਰਕੇ ਲਾਏ ਹੋਏ ਸੀ, ਉਹ ਵੀ ਗਿਰੇ ਹੋਏ ਸੀ। ਇਹਦੇ ਬਾਰੇ ਮੈਂ ਇੱਕ ਨੋਟਿਸ ਐਗਰੀਕਲਚਰ ਡਿਪਾਰਟਮੈਂਟ ਨੂੰ ਦੇ ਰਿਹਾ, ਉਹ ਇਸ਼ੂ ਕਰ ਰਿਹਾ। ਬਾਕੀ ਜਿਹੜਾ ਇਹਦਾ ਡਿਸੀਜਨ ਹੈ ਉਹ ਮੈਂ ਅੱਜ ਲੈ ਲੈਣਾ ਇਹਦਾ। ਲੁਧਿਆਣਾ ਵਿੱਚ ਪਿਛਲੇ 36 ਦਿਨਾਂ ਤੋਂ ਪੁਰਾਣੀ ਹੜਤਾਲ ਅੱਜ ਸੂਬਾ ਸਰਕਾਰ ਨੇ ਮੰਗਾਂ ਮੰਨਣ ਤੋਂ ਬਾਅਦ ਸਮਾਪਤ ਕਰਵਾ ਦਿੱਤੀ ਗਈ। ਇਸ ਮਾਮਲੇ ਵਿੱਚ ਵਿਧਾਇਕ ਗੁਰਪ੍ਰੀਤ ਬਸੀ, ਗੋਗੀ ਉਪ ਕੁਲਪਤੀ ਡਾਕਟਰ ਸਤਵੀਰ ਗੋਸਲ ਅਤੇ ਡਿਪਟੀ ਕਮਿਸ਼ਨਰ ਸ਼ਰੂਤੀ ਮਲਿਕ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥੀਆਂ ਦੀ ਭਲਾਈ ਲਈ ਵਚਨਬੱਧ ਹਨ ਤੇ ਭਵਿੱਖ ਵਿੱਚ ਪੂਰਾ ਸਹਿਯੋਗ ਦੇਣਗੇ। ਤੇ ਅਸੀਂ ਤਾਂ ਹਰ ਮਹੀਨੇ ਹੀ ਭੰਗੜੇ ਹਰ 15ਵੇਂ ਦਿਨ ਭੰਗੜਾ ਪਾਉਣਾ ਹੀ ਪਾਉਣਾ, ਕਿਉਂਕਿ ਭੰਗੜੇ ਉਦੋਂ ਪੈਂਦੇ ਨੇ ਜਦੋਂ ਲੋਕ ਪਾਉਂਦੇ ਨੇ। ਇੱਥੇ ਗੋਗੀ ਨਹੀਂ ਨੱਚਦਾ, ਇੱਥੇ ਗੋਗੀ ਨਹੀਂ ਨੱਚਦਾ, ਇਹ ਆਮ ਆਦਮੀ ਪਾਰਟੀ ਦੇ ਕੰਮਾਂ ਤੇ ਲੋਕ ਨੱਚਦੇ ਨੇ। ਮੈਂ ਪੰਜਾਬ ਨੱਚਦਾ, ਮੈਂ ਇਸ ਚੀਜ਼ ਦਾ ਸਾਰਾ ਸ਼੍ਰੇਅ ਆ ਸਾਡੇ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਨੂੰ ਆ, ਜਿਨ੍ਹਾਂ ਦੀ ਉੱਚੀ ਸੋਚ ਸਦਕਾ ਆ ਸਾਡੇ ਜਵਾਕਾਂ ਦਾ ਉਹਨਾਂ ਨੇ ਮਾਣ ਰੱਖਿਆ ਔਰ ਨੌਕਰੀਆਂ ਦਿੱਤੀਆਂ। ਇੱਕ ਬੋਲ ਦੇ ਉੱਤੇ ਸਾਨੂੰ 1.5 ਘੰਟਾ ਦਿੱਤਾ ਔਰ 1.5 ਘੰਟੇ ਦੇ ਵਿੱਚ ਉਹਨਾਂ ਨੇ ਸਾਡੇ ਸਾਰੇ ਹੱਕ ਦੇ ਦਿੱਤੇ ਯੂਨੀਵਰਸਿਟੀ ਦੇ। ਥੈਂਕ ਯੂ। ਮਹਿਜ 4 ਸਾਲ ਪਹਿਲਾਂ ਵਿਆਹ ਹੋਇਆ ਤੇ 4 ਸਾਲ ਬਾਅਦ ਹੀ ਅਮਨਦੀਪ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ। ਮਰਨ ਤੋਂ ਪਹਿਲਾਂ ਅਮਨਦੀਪ ਸਿੰਘ ਨੇ ਇੱਕ ਵੀਡੀਓ ਵੀ ਬਣਾਈ ਸੀ ਜਿਸ ਵਿੱਚ ਉਸਨੇ ਆਪਣੀ ਪਤਨੀ ਹਰਸ਼ਪ੍ਰੀਤ ਕੌਰ ਅਤੇ ਸਹੁਰੇ ਪਰਿਵਾਰ ਨੂੰ ਦੋਸ਼ੀ ਦੱਸਿਆ ਸੀ। ਇਸ ਵੀਡੀਓ ਤੋਂ ਬਾਅਦ ਜਲਾਲਾਬਾਦ ਦੀ ਪੁਲਿਸ ਨੇ ਸਹੁਰੇ ਪਰਿਵਾਰ ਦੇ ਕੁੱਲ 5 ਮੈਂਬਰਾਂ ਤੇ ਪਰਚਾ ਦਰਜ ਕਰ ਲਿਆ ਸੀ, ਪਰ ਸਾਰੇ ਦੋਸ਼ੀ ਸ਼ਰੇਆਮ ਬਾਹਰ ਘੁੰਮ ਰਹੇ ਹਨ ਅਤੇ ਪੁਲਿਸ ਸਿਆਸੀ ਦਬਾਅ ਹੇਠ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਅੱਜ ਬਜ਼ੁਰਗ ਮਾਂ-ਬਾਪ ਨੇ ਪ੍ਰੈਸ ਕਾਨਫਰੰਸ ਕਰਕੇ ਇਨਸਾਫ ਦੀ ਗੁਹਾਰ ਲਗਾਈ। ਮਾਤਾ ਜੀ ਕੀ ਨਾਮ ਹੈ ਤੁਹਾਡਾ ਜੀ? ਬਲਜੀਤ ਰਾਣੀ। ਜਿਹੜੀ ਬੇਟੀ ਨਾਲ ਘਟਨਾ ਵਾਪਰੀ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। 1.5 ਮਹੀਨਾ ਹੋ ਗਿਆ, ਸਾਡੀ ਕੋਈ ਸੁਣਵਾਈ ਨਹੀਂ ਹੋਈ। ਕੋਈ ਸਾਨੂੰ ਸੰਭਾਲਣ ਵਾਲਾ ਸਾਡੇ ਘਰ ਵਿੱਚ ਸਾਡਾ ਇੱਕ ਹੀ ਬੱਚਾ ਸੀ, ਉਹਦੇ ਬਾਰੇ ਸਾਡਾ ਕੋਈ ਵੀ ਖਿਆਲ ਨਹੀਂ ਕਰਦਾ। ਸਾਨੂੰ 1.5 ਮਹੀਨਾ ਹੋ ਗਿਆ ਰੋਕਦਿਆਂ ਨੂੰ, ਜਾਂਦੇ ਨੇ ਉੱਥੋਂ ਹੋ ਕੇ ਮੁੜ ਆਉਂਦੇ, ਕੋਈ ਗੱਲ ਨਹੀਂ ਸੁਣਦਾ ਸਾਡੀ। ਲੰਘ ਮੁਕਤੀ ਸਾਰਾ ਕੋਈ ਵੀ ਸਾਡਾ ਕੋਈ ਸਾਥ ਨਹੀਂ ਦਿੰਦਾ। ਅਸੀਂ ਬਹੁਤ ਮਜਬੂਰ ਹੋਏ ਪਏ। ਆਮ ਆਦਮੀ ਪਾਰਟੀ ਬਦਲਾਵ ਦਾ ਰੂਪ ਦੇ ਕੇ ਸੱਤਾ ਵਿੱਚ ਕਾਮਯਾਬ ਹੋ ਰਹੀ ਸੀ ਜੀ, ਕੀ ਤੁਹਾਨੂੰ ਇਨਸਾਫ ਮਿਲਿਆ ਜੀ? ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਹੁਣ ਕੀ ਮੰਗ ਕਰਨਾ ਚਾਹੁੰਦੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਜੀ? ਅਸੀਂ ਤਾਂ ਇਹ ਕਹਿੰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੇ ਬੇਟੇ ਦਾ। ਸਾਡੇ ਨਾਲ ਬਹੁਤ ਜ਼ੁਲਮ ਹੋਇਆ, ਅਸੀਂ ਸਹਿ ਨਹੀਂ ਸਕਦੇ। ਅਸੀਂ ਕਿਵੇਂ ਰਹੀਏ ਘਰ ਵਿੱਚ ਇਕੱਲੇ? ਸਾਡੀ ਕੋਈ ਸੁਣਵਾਈ ਨਹੀਂ ਕਿਸੇ ਤਰ੍ਹਾਂ ਦੀ। ਤੁਹਾਨੂੰ ਧਮਕੀਆਂ ਵੀ ਮਿਲ ਰਹੀਆਂ ਨੇ? ਸਾਨੂੰ ਧਮਕੀਆਂ ਬਹੁਤ ਮਿਲਦੀਆਂ ਨੇ। ਸਾਨੂੰ ਕਹਿੰਦੇ ਤੁਹਾਨੂੰ ਵੀ ਮਾਰ ਦੇਣਗੇ। ਸਾਨੂੰ ਕੋਈ ਪਤਾ ਨਹੀਂ ਸਾਡੇ ਆਪਦੇ ਨਾਲ ਵੀ ਕੀ ਬਣਨਾ। ਜਿੱਥੇ ਲੋਕੀ ਪੈਸੇ ਪਿੱਛੇ ਭੱਜ ਰਹੇ ਹਨ, ਉੱਥੇ ਕੁਝ ਇਨਸਾਨ ਅਜਿਹੇ ਵੀ ਹਨ ਜਿਹੜੇ ਨਿਰਸਵਾਰਥ ਸਮਾਜ ਸੇਵਾ ਦੇ ਕੰਮ ਕਰਦੇ ਹਨ। ਗੱਲ ਕਰਦੇ ਹਾਂ ਬਠਿੰਡਾ ਦੇ ਗੁਰਤੇਜ ਸਿੰਘ ਦੀ, ਜਿਹੜਾ ਗਰਭਵਤੀ ਔਰਤਾਂ ਨੂੰ ਆਪਣੇ ਆਟੋ ਵਿੱਚ ਮੁਫਤ ਲੈ ਕੇ ਜਾਂਦਾ ਹੈ ਹਸਪਤਾਲ। ਉਹਨਾਂ ਨੂੰ ਹਸਪਤਾਲ ਦੀ ਇਹ ਮੁਫਤ ਸੇਵਾ ਕਿਉਂ ਦੇ ਰਿਹਾ ਹੈ, ਉਸ ਬਾਰੇ ਜਾਣਦੇ ਹਾਂ। ਗੁਰਤੇਜ ਸਿੰਘ ਨੇ ਕਿਹਾ ਕਿ ਜਦੋਂ ਉਸਦੀ ਪਤਨੀ ਗਰਭਵਤੀ ਸੀ ਤਾਂ ਉਸ ਨੂੰ ਲਿਜਾਣ ਵਾਸਤੇ ਕੋਈ ਵੀ ਸਾਧਨ ਨਾ ਮਿਲਿਆ, ਜਿਸ ਕਰਕੇ ਉਹ ਆਪਣੀ ਗਰਭਵਤੀ ਪਤਨੀ ਨੂੰ ਹਸਪਤਾਲ ਲੇਟ ਲੈ ਕੇ ਪਹੁੰਚਿਆ ਅਤੇ ਉਸ ਦਾ ਨਤੀਜਾ ਇਹ ਨਿਕਲਿਆ ਕਿ ਉਸ ਦੀ ਬੇਟੀ ਬਿਮਾਰ ਪੈਦਾ ਹੋਈ, ਯਾਨੀ ਕਿ ਉਸ ਨੂੰ ਬੋਲਣਾ ਨਹੀਂ ਆਉਂਦਾ। ਉਸਨੇ ਮਨ ਵਿੱਚ ਤਹਈਆ ਕੀਤਾ ਕਿ ਜਿੰਨਾ ਚਿਰ ਉਹ ਆਟੋ ਚਲਾਏਗਾ ਉਨਾ ਚਿਰ ਗਰਭਵਤੀ ਮਹਿਲਾਵਾਂ ਨੂੰ ਫ੍ਰੀ ਹਸਪਤਾਲ ਇਲਾਜ ਲਈ ਲੈ ਕੇ ਜਾਏਗਾ, ਤਾਂ ਜੋ ਕਿਸੇ ਦਾ ਬੱਚਾ ਖਰਾਬ ਪੈਦਾ ਨਾ ਹੋਵੇ। ਗੁਰਤੇਜ ਸਿੰਘ ਸਰ। ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਗਰਭਵਤੀ ਔਰਤਾਂ ਦਾ ਜਿਹੜਾ ਫ੍ਰੀ ਹਸਪਤਾਲ ਵਿੱਚ ਪਹੁੰਚਾ ਰਹੇ ਹੋ ਤੁਸੀਂ? ਹਾਂਜੀ ਸਰ, ਐਕਚੁਅਲੀ ਮੇਰੀ ਮਤਲਬ ਪਰਿਵਾਰ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਹੋਈ ਜਿਹਦੇ ਕਰਕੇ ਮੈਂ ਇੱਧਰਲੇ ਪਾਸੇ ਆ ਗਿਆ ਜੀ। ਮੈਨੂੰ ਲੱਗਿਆ ਵੀ ਜੇ ਮੈਂ ਕੁਝ ਕਰ ਸਕਦਾ ਸੇਵਾ ਕਿਸੇ ਦੀ ਤਾਂ ਮੈਨੂੰ ਕਰਨੀ ਚਾਹੀਦੀ ਹੈ। ਮੇਰੀ ਬੇਟੀ ਹੈ ਜੀ 4.5 ਸਾਲ ਦੀ, ਉਹ ਬੋਲਦੀ ਨਹੀਂ ਹੈ, ਸੁਣਦਾ ਹੈ ਉਹਨੂੰ, ਅਤੇ ਉਹਦਾ ਬ੍ਰੇਨ ਚੰਗੀ ਤਰ੍ਹਾਂ ਡਿਵੈਲਪ ਨਹੀਂ ਹੋਇਆ। ਉਹ ਜਦੋਂ ਮੇਰੀ ਵਾਈਫ ਦੀ ਡਿਲੀਵਰੀ ਹੋਣੀ ਸੀ, ਕੋਈ ਸਾਧਨ ਨਹੀਂ ਸੀਗਾ ਲਿਜਾਣ ਵਾਸਤੇ, ਹਸਪੀਟਲ ਜਾਣ ਵਾਸਤੇ। ਫਰੈਂਡ ਨੂੰ ਫੋਨ ਕੀਤਾ, ਉਹ ਆ ਗਿਆ, ਵਿਚਾਰੇ ਦਾ ਘਰ ਦੂਰ ਸੀਗਾ। ਮੈਨੂੰ ਲੱਗਾ ਸ਼ਾਇਦ ਅਸੀਂ ਲੇਟ ਫੇਟ ਹੋ ਗਏ, ਕੁਛ ਇਹਦੀ ਵਜ੍ਹਾ ਉਹੀ ਨਾ ਬਣ ਗਿਆ ਹੋਵੇ ਵੀ ਮੇਰੀ ਬੇਟੀ 'ਤੇ ਇਸ ਚੀਜ਼ ਦਾ ਥੋੜ੍ਹਾ ਅਸਰ ਪੈ ਗਿਆ। ਤਾਂ ਕਰਕੇ ਮੈਨੂੰ ਲੱਗਦਾ ਜੇ ਮੈਂ ਕਿਸੇ ਨੂੰ ਟਾਈਮ 'ਤੇ ਪਹੁੰਚਾ ਦਾਂ ਤਾਂ ਮੇਰੇ ਵਾਸਤੇ ਵੱਡੀ ਗੱਲ ਹੈ ਜੀ। ਪਹਿਲਾਂ ਜੀ ਮੈਂ ਸਟਾਰਟਿੰਗ ਦੇ ਵਿੱਚ ਥਰਮਲ ਦੇ ਵਿੱਚ ਕਾਫੀ ਸਾਲ ਕੰਮ ਕੀਤਾ ਜੀ। ਥਰਮਲ ਜਦੋਂ ਮੈਂ ਕੰਮ ਕਰਦਾ ਸੀ, ਮੇਰੀ ਬੇਟੀ ਦਾ ਬਰਥ ਤਾਂ ਉਦੋਂ ਹੀ ਹੋ ਗਿਆ ਸੀਗਾ। ਉਦੋਂ ਮੇਰੇ ਕੋਲ ਕੋਈ ਜ਼ਰੀਆ ਵੀ ਨਹੀਂ ਸੀ ਅਤੇ ਨਾ ਹੀ ਮੈਨੂੰ ਐਂ ਪਤਾ ਲੱਗਿਆ ਸੀ ਵੀ ਮੇਰੀ ਬੇਟੀ ਨੂੰ ਆਹ ਪ੍ਰੋਬਲਮ ਹੈ। ਕਿਉਂਕਿ ਜੇ ਮੈਂ ਕਿਸੇ ਕੋਲ ਗੱਲ ਕਰਦਾ ਸੀ, ਜਦੋਂ 3 ਸਾਲ ਤੱਕ ਦੀ ਵੀ ਹੋ ਗਈ ਸੀ, ਲੋਕ ਕਹਿੰਦੇ ਸੀ ਬਹੁਤ ਬੱਚੇ ਲੇਟ ਬੋਲਣ ਲੱਗਦੇ ਆ, 5 ਸਾਲ ਦੇ 6 ਸਾਲ ਦੇ। ਮੈਨੂੰ ਲੱਗਿਆ ਸ਼ਾਇਦ ਸਹੀ ਕਹਿੰਦੇ ਹੋਣਗੇ। ਫਿਰ ਹੌਲੀ ਹੌਲੀ ਜਦੋਂ 4 ਸਾਲ ਦੇ ਕਰੀਬ ਹੋਈ ਅਤੇ ਮੈਨੂੰ ਲੱਗਿਆ ਵੀ ਸ਼ਾਇਦ ਉਹ ਦਿਮਾਗੀ ਤੌਰ 'ਤੇ ਵੀ ਉਨੀ ਮਤਲਬ ਵੀ ਹੈ ਨਹੀਂ ਵੀ ਜਿੰਨਾ ਬੱਚੇ ਨੂੰ ਹੋਣਾ ਚਾਹੀਦਾ।
ਇਸ ਲਈ ਫਿਰ ਉਦੋਂ ਬਾਅਦ 'ਚ ਹੀ ਥਰਮਲ ਬੰਦ ਕਰਤਾ ਇਹਨਾਂ ਨੇ। ਥਰਮਲ ਮੈਨੂੰ ਛੱਡਣਾ ਪਿਆ ਜੀ। ਥਰਮਲ ਛੱਡ ਕੇ ਫਿਰ ਮੈਂ ਪ੍ਰਾਈਵੇਟ ਨੌਕਰੀਆਂ ਕਰਨ ਲੱਗ ਗਿਆ ਜੀ। ਕਦੇ ਰਿਫਾਈਨਰੀ 'ਚ ਦਿਹਾੜੀਆਂ ਕੀਤੀਆਂ ਜੀ, ਕਦੇ ਡਰਾਈਵਰੀ ਕੀਤੀ ਲੋਕਾਂ ਦੀ ਜੀ, ਪਰਸਨਲ ਡਰਾਈਵਰ ਲੱਗਿਆ ਰਿਹਾ ਲੋਕਾਂ ਦੇ, ਟੈਕਸੀ ਚਲਾਈ ਕਾਫੀ ਟਾਈਮ। ਪਰ ਉਹਦੇ ਨਾਲ ਮੇਰਾ ਘਰ ਪੂਰਾ ਨਹੀਂ ਆਉਂਦਾ ਸੀ ਜੀ, ਤਨਖਾਹਾਂ ਬਹੁਤ ਥੋੜ੍ਹੀਆਂ ਸੀ। ਫਿਰ ਮੈਂ ਔਖੇ ਸੌਖੇ ਆਟੋ ਲੈਤਾ ਜੀ, ਲੋਨ ਲੈ ਕੇ। ਆਟੋ 'ਤੇ ਮੇਰੇ ਮਤਲਬ ਘਰ ਦਾ ਵਧੀਆ ਗੁਜ਼ਾਰਾ ਹੁੰਦਾ ਜੀ, ਐਵੇਂ ਕੰਮਾਂ ਦਿਹਾੜੀ ਬਣ ਜਾਂਦੀ ਹੈ। ਤਾਂ ਕਰਕੇ ਵੀ ਆਟੋ ਇੱਕ ਜ਼ਰੀਆ ਸੀ ਵੀ ਮੈਂ ਕਿਸੇ ਦੀ ਹੈਲਪ ਵੀ ਕਰ ਸਕਦਾ। ਇਸ ਨਾਲ ਮੇਰੇ ਦੋਨੇ ਕੰਮ ਹੀ ਹੋਣ ਲੱਗ ਗਏ ਜੀ, ਵੀ ਮੈਂ ਲੋਕਾਂ ਦੇ ਕੰਮ ਵੀ ਆਉਣ ਦੀ ਕੋਸ਼ਿਸ਼ ਕਰਦਾ ਜਿੰਨੀ ਹੋ ਸਕਦੀ ਹੈ, ਤੇ ਨਾਲ ਨਾਲ ਮੇਰਾ ਘਰ ਦਾ ਵੀ ਗੁਜ਼ਾਰਾ ਚੱਲੀ ਜਾਂਦਾ ਜੀ। ਅੰਮ੍ਰਿਤਸਰ ਦੇ ਸੁਲਤਾਨ ਪਿੰਡ ਰੋਡ ਤੇ ਤੂਰ ਸਾਹਿਬ ਗੇਟ ਦੇ ਸਾਹਮਣੇ ਹੋਈ ਗੋਲੀਬਾਰੀ ਵਿੱਚ ਇੱਕ ਕੁਲਫੀ ਵੇਚਣ ਵਾਲਾ ਜ਼ਖਮੀ ਹੋ ਗਿਆ। ਦਰਅਸਲ ਦੋ ਨੌਜਵਾਨ ਕੁਲਫੀ ਵੇਚਣ ਵਾਲੇ ਨੂੰ ਲੁੱਟਣ ਲਈ ਆਏ ਹੋਏ ਸਨ ਅਤੇ ਉਹਨਾਂ ਨੇ ਹੀ ਕੁਲਫੀ ਵੇਚਣ ਵਾਲੇ ਨੂੰ ਗੋਲੀ ਮਾਰ ਦਿੱਤੀ। ਬਹਰਾਲ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ है। अंदर आकर के पिस्टल निकाला खींच के, बोलता है तुम लोग के पास क्या है, तुम लोग दे दो। हाँ, बस एक बंदा सोया हुआ था, हम खाना बना रहे थे, उसने उठा और कॉलर पकड़ लिया, उसने बाहर खींच के बाहर किया, हमने भी एक को बाहर किया, एक हमको एक दांत भर लिया, एक ने गोली मार करके निकल गया। आपके दोनों के साथ हाथापाई उनकी? हाँ जी, हाँ जी, हाँ। कितने लोग थे? दो लोग वो थे, हम दो लोग हम लोग। कितनी गोली चलाई? एक गोली। हाँ जी। कहाँ पे लगी थी? उनको वो जांग में। तो कितने पैसे लूट कर ले गए? पैसे के नाम पर तो उसके ऊपर तो दबाव पड़ गया, हम लोग तो उसको पकड़ लिए ना। लूट के इरादे से गोली चली। हाँ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਦਮਨਪ੍ਰੀਤ ਸਿੰਘ ਹੈ ਜੀ। ਇੱਥੇ ਗੋਲੀ ਚੱਲੀ ਆ 8:30 9 ਵਜੇ, ਪਰ ਇੱਥੇ ਕੋਈ ਵੀ ਬੰਦਾ ਸੁਲਤਾਨਵੀ ਰੋਡ ਤੇ ਕੋਈ ਵੀ ਬੰਦਾ ਸੇਫ ਨਹੀਂ ਆ। ਤੇ ਪੁਲਿਸ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੱਥੇ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਹੈ। ਰਾਤ ਨੂੰ 8 ਵਜੇ ਤੋਂ 12, ਰਾਤ 12 ਵਜੇ ਤੋਂ 12 ਬੀਬੀਆਂ ਹਰਿਮੰਦਰ ਸਾਹਿਬ ਲੇਡੀਜ਼ ਕੋਈ ਵੀ ਧੀਆਂ ਭੈਣਾਂ ਇੱਥੇ ਇਲਾਕੇ ਵਿੱਚ ਸੇਫ ਨਹੀਂ ਹੈਗੀਆਂ। ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਵੀ ਇੱਥੇ ਜੋ ਵੀ ਹੋ ਰਿਹਾ, ਗੋਲੀਆਂ ਚੱਲਦੀਆਂ ਪਈਆਂ, ਇਹਨਾਂ ਦੇ ਨੱਥ ਪਾਈ ਜਾਵੇ ਇਹਨਾਂ ਬੰਦਿਆਂ ਦੇ। ਗਰੀਬ ਆਦਮੀ ਹੈਗੇ ਆ, ਮਿਹਨਤੀ ਆਦਮੀ ਹੈਗੇ ਜਿਹੜੇ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਇਹ ਲੋਕ ਆਪਣੇ ਨਸ਼ੇ ਕਰਕੇ ਬਹੁਤ ਜ਼ਿਆਦਾ ਇਹ ਗਲਤ ਕੰਮ ਕਰਦੇ ਪਏ ਆ। ਹਰ ਕਿਸੇ ਨੂੰ ਇਹ ਗੋਲੀ ਮਾਰਨ ਤੱਕ ਜਾਂਦੇ ਪਏ ਆ ਤੇ ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ। ਅਕਾਲੀ ਕੁਆਟਰ ਵਜਦੇ ਨੇ ਜੀ ਸੁਲਤਾਨਵਿੰਡ ਰੋਡ ਦੇ ਉੱਤੇ ਗਲੀ ਨੰਬਰ 3। ਇੱਥੇ ਜਿਹੜੀ ਇਹ ਕੁਲਫੀਆਂ ਬਣਾਉਣ ਦੀ ਫੈਕਟਰੀ ਹੈ ਤੇ ਪ੍ਰਵਾਸੀ ਜਿਹੜੇ ਆਪਣੇ ਭਾਈਚਾਰਾ ਉਹ ਰਹਿ ਰਹੇ ਨੇ। ਤੇ ਅੱਜ ਸ਼ਾਮ ਤਕਰੀਬਨ 9:30 ਪੌਣੇ 10 ਵਜੇ ਦੇ ਅਰਾਊਂਡ ਜਦੋਂ ਇੱਥੇ ਨਾਲ ਹੀ ਉਹਨਾਂ ਦਾ ਘਰ ਹੈ ਜਿਹੜੇ ਵਿੱਚੋਂ 7-8 ਜਣੇ ਇਕੱਠੇ ਰਹਿੰਦੇ ਸੀਗੇ, ਉੱਥੇ ਦੋ ਅਨਆਇਡੈਂਟੀਫਾਈਡ ਪਰਸਨਸ ਆਏ ਤੇ ਉਹਨਾਂ ਨੇ ਆ ਕੇ ਉਹਨਾਂ ਕੋਲ ਡਿਮਾਂਡ ਕੀਤੀ ਪੈਸਿਆਂ ਦੀ ਕਿ ਜੋ ਵੀ ਕੁਛ ਹੈਗਾ ਸਾਨੂੰ ਦਿਓ। ਜਦੋਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਕੁਛ ਨਹੀਂ ਹੈ ਤੇ ਉਹਨਾਂ ਨੇ ਜਿਹੜਾ ਇੱਕ ਆਪਣਾ ਵੈਪਨ ਸੀਗਾ ਉਹ ਦਿਖਾ ਕੇ ਉਹਨਾਂ ਦੇ ਵੱਲ ਡਿਮਾਂਡ ਕੀਤੀ। ਉੱਥੇ ਉਹਨਾਂ ਦੀ ਜਿਹੜੀ ਹੈਗੀ ਹੈ ਦੋਨਾਂ ਦੀ ਹੱਥ ਪਾਈ ਹੋਈ ਦੋਨੋਂ ਪਾਰਟੀਆਂ ਦੀ, ਇੱਕ ਜਿਹੜਾ ਇਨਸਾਨ ਜਿਹਦੇ ਗੋਲੀ ਲੱਗੀ ਹੈ ਉਹ ਤੇ ਇੱਕ ਉਹਦਾ ਸਾਥੀ, ਤੇ ਨਾਲ ਜਿਹੜੇ ਦੋ ਅਕਿਊਜ਼ਡ ਹੈਗੇ ਉਹਨਾਂ ਦੀ ਲੜਦੇ ਜਿਹੜੇ ਇਹ ਭਿੜਦੇ ਹੋਏ ਗਲੀ ਚੋਂ ਘਰ ਚੋਂ ਬਾਹਰ ਨਿਕਲ ਆਏ ਨੇ। ਤੇ ਬਾਹਰ ਆ ਕੇ ਜਿਹੜਾ ਇੱਕ ਅਕਿਊਜ਼ਡ ਹੈਗਾ ਉਹਨੇ ਅਸ਼ੋਕ ਯਾਦਵ ਸਨ ਆਫ ਨੂਨੂ ਯਾਦਵ ਹੈ ਜਿਹੜਾ, ਉਹਦੇ ਪੱਟ 'ਚ ਥਾਈ 'ਚ ਉਹਦੀ ਗੋਲੀ ਲੱਗੀ ਹੈ। ਅੰਮ੍ਰਿਤਸਰ ਦੇ ਪਿੰਡ ਡੱਡੂਆਣਾ ਦੇ ਵਿੱਚ ਸਿੱਖ ਜਥੇਬੰਦੀ ਈਸਾਈ ਭਾਈਚਾਰੇ ਆਮਣੋ ਸਾਹਮਣੇ ਹੋ ਗਏ ਤੇ ਕਾਫੀ ਤਕਰਾਰ ਹੋਈ। ਤਾਂ ਇਸ ਮਾਮਲੇ ਵਿੱਚ ਪੁਲਿਸ ਨੇ ਸਿੱਖ ਜਥੇਬੰਦੀਆਂ ਦੇ ਉੱਪਰ ਪਰਚਾ ਦਰਜ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਸਤਿਕਾਰ ਕਮੇਟੀ ਅੰਮ੍ਰਿਤਸਰ ਦਿਹਾਤੀ ਦਫ਼ਤਰ ਵਿੱਚ ਪਹੁੰਚੀ ਅਤੇ ਐਸਜੀਪੀਸੀ ਨੂੰ ਮੰਗ ਕੀਤੀ ਕਿ ਜਿਹੜਾ ਪਰਚਾ ਦਰਜ ਕੀਤਾ ਗਿਆ ਹੈ ਉਸ ਨੂੰ ਰੱਦ ਕੀਤਾ ਜਾਵੇ। ਤੁਹਾਡਾ ਔਰ ਮੇਰਾ ਨਾਮ ਰਮਨਦੀਪ ਕੌਰ ਹੈ। ਤੇ ਕੀ ਹੋਇਆ ਅੱਜ ਜੀ? ਸਰ ਮੈਂ ਇਸ ਜਗ੍ਹਾ ਤੇ ਸੈਕਟਰੀ ਹਾਂ ਚਰਚ ਦੇ ਵਿੱਚ, ਔਰ ਅਸੀਂ ਇਸ ਜਗ੍ਹਾ ਤੇ ਚਰਚ ਲਾਉਂਦੇ ਹਾਂ ਔਰ ਹਰ ਸੰਡੇ ਨੂੰ ਅਸੀਂ ਪਰਮੇਸ਼ਰ ਦੀ ਮਹਿਮਾ ਕਰਦੇ ਹਾਂ ਔਰ ਸ਼ਾਂਤੀ ਨਾਲ ਕਰਦੇ ਹਾਂ। ਕਿਸੇ ਨੂੰ ਦੁੱਖ ਦੇਣ ਵਾਲੀ ਕੋਈ ਗੱਲ ਇਸ ਤਰ੍ਹਾਂ ਦੀ ਨਹੀਂ ਅਸੀਂ ਕਰਦੇ। ਔਰ ਅੱਜ ਕਾਫੀ ਜ਼ਿਆਦਾ ਨਿਹੰਗ ਸਿੰਘ ਜਿਹੜੇ ਸੀਗੇ ਚੋਲੇ 'ਚ ਆਏ ਆ, ਮਤਲਬ 250, 300, 400 ਦੇ ਲਾਗੇ ਬੰਨੇ ਸੀਗਾ, ਜਿਨ੍ਹਾਂ ਨੇ ਆ ਕੇ ਤੇ ਸਾਨੂੰ ਇਹਨਾਂ ਨੇ ਕਿਹਾ ਕਿ ਪਹਿਲਾਂ ਸਾਊਂਡ ਦੀ ਆਵਾਜ਼ ਘੱਟ ਕਰੋ। ਅਸੀਂ ਸਾਊਂਡ ਦੀ ਆਵਾਜ਼ ਘੱਟ ਕਰਤੀ। ਚਲੋ ਅਸੀਂ ਲੜਨਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਤਾਂ ਪਰਮੇਸ਼ਰ ਦੀ ਮਹਿਮਾ ਕਰਦੇ ਹਾਂ, ਅਸੀਂ ਯਿਸੂ ਮਸੀਹ ਦੀ ਮਹਿਮਾ ਕਰਦੇ ਹਾਂ। ਔਰ ਉਹਨਾਂ ਨੇ ਜਦੋਂ ਕਿਹਾ ਕਿ ਸਾਊਂਡ ਦੀ ਆਵਾਜ਼ ਘੱਟ ਕਰੋ, ਅਸੀਂ ਘੱਟ ਕਰ ਦਿੱਤੀ ਆ। ਅਸੀਂ ਬੰਦਗੀ ਕਰ ਰਹੇ, ਬਾਰ-ਬਾਰ ਕਹਿੰਦੇ ਬੰਦ ਕਰੋ ਬੰਦ ਕਰੋ। ਅਸੀਂ ਕਿਹਾ ਕਿ ਪਰਮੇਸ਼ਰ ਦੀ ਮਹਿਮਾ, ਸਾਡਾ ਸੰਡੇ ਦਾ ਪਰਮੇਸ਼ਰ ਯਿਸੂ ਮਸੀਹ ਦਾ ਸਵਰਗ 'ਚੋਂ ਹੁਕਮ ਆ, ਅਸੀਂ ਨਹੀਂ ਬੰਦ ਕਰ ਸਕਦੇ। ਸਾਨੂੰ ਪੁਲਿਸ ਵੀ
ਬੰਦ ਕਰਵਾ ਰਹੀ ਸੀਗੀ, ਪਰ ਪੁਲਿਸ ਉਹਨਾਂ ਨੂੰ ਨਹੀਂ ਸੀ ਰੋਕ ਰਹੀ, ਸਾਨੂੰ ਰੋਕ ਰਹੀ ਸੀ ਕਿ ਬੰਦ ਕਰੋ। ਔਰ ਸਾਨੂੰ ਤੇ ਉਹ ਇਹ ਕਹੀ ਜਾਂਦੇ ਸੀ ਕਿ ਉਹਨਾਂ ਨੇ ਤੇ ਬਸ ਭੰਗ ਪੀਤੀ, ਨਸ਼ੇ ਖਾਦੇ, ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ ਨਾ। ਤੇ ਪਰ ਅਸੀਂ ਸ਼ਾਂਤੀ ਨਾਲ, ਅਸੀਂ ਕਿਸੇ ਨੂੰ ਦੁੱਖ ਦੇਣ ਵਾਲੀ ਕੋਈ ਗੱਲ ਨਹੀਂ ਸੀ ਕਰ ਰਹੇਗੇ। ਔਰ ਜਦੋਂ ਅਸੀਂ ਫਿਰ ਜਦੋਂ ਸਾਡੀ ਬੰਦਗੀ ਚੱਲ ਰਹੀ ਸੀਗੀ, ਗੀਤ ਭਜਨ ਚੱਲ ਰਹੇ ਸੀਗੇ, ਇੱਕਦਮ ਹੀ ਉਹਨਾਂ ਨੇ ਤਲਵਾਰਾਂ ਦੇ ਨਾਲ ਹਮਲਾ ਕਰ ਦਿੱਤਾ ਵਾ, ਡੰਡੇ ਸੋਟੇ, ਪਤਾ ਨਹੀਂ ਕੀ ਸਾਡੇ ਕਾਫੀ ਜਾਣਿਆਂ ਨੂੰ ਸੱਟਾਂ ਲੱਗੀਆਂ ਵਾ। ਇੱਕ ਤੇ ਬੱਚਾ ਹੈਂਡੀਕੈਪ ਸੀਗਾ ਜਿਹਨੂੰ ਕਾਫੀ ਸੱਟਾਂ ਲੱਗੀਆਂ, ਉਹਦੇ ਖੂਨ ਖਾਨ, ਉਹਦੀ ਮੰਮੀ ਸਾਰੇ ਲਿਬੜੇ ਹੋਏ ਸੀਗੇ। ਉਹ ਤੁਹਾਨੂੰ ਅਸੀਂ ਵੀਡੀਓ ਸੈਂਡ ਕਰਦੇ ਕਿਉਂਕਿ ਤੁਸੀਂ ਥੋੜਾ ਲੇਟ ਆਏ ਇਸ ਕਰਕੇ ਕਹਿ ਰਹੇ ਹਾਂ। ਔਰ ਬਾਅਦ ਵਿੱਚ ਇਹਨਾਂ ਨੇ ਸਾਰਾ ਸੌਣ ਇਹਨਾਂ ਕਿਹਾ ਇਹਨਾਂ ਦਾ ਪਾਸਟਰ ਚੁੱਕਾ ਸੀ, ਪਾਸਟਰ ਆਪਣੇ ਨੂੰ ਬੜੀ ਮੁਸ਼ਕਿਲ ਦੇ ਨਾਲ ਮੁੰਡਿਆਂ ਨੇ ਫੜ ਕੇ ਬਚਾਇਆ ਵਾ, ਨਹੀਂ ਤੇ ਸਾਡੇ ਪਾਸਟਰ ਨੂੰ ਮਤਲਬ ਤਰਵਾਲਾਂ ਦੇ ਨਾਲ ਵੱਢ ਦੇਣ ਲੱਗੇ। ਦਾ ਕੀ ਨਾਮ ਹੈ? ਮਾਮਲਾ ਜੀ ਅੱਜ ਦਾ ਜਿਹੜਾ ਵਿਰੋਧ ਕਰ ਰਹੇ ਜੀ, ਕਿਸ ਚੀਜ਼ ਦਾ? ਅੱਜ ਜ਼ਿਲ੍ਹਾ ਅੰਮ੍ਰਿਤਸਰ ਮਹਿਤਾ ਰੋਡ ਤੇ ਜੋ ਕਿ ਅੱਡਾ ਡੱਡੂਆਣਾ ਹੈ, ਇੱਥੇ ਪਿਛਲੇ 6-7 ਮਹੀਨਿਆਂ ਤੋਂ ਇੱਕ ਅਖੌਤੀ ਪ੍ਰਚਾਰਕ ਜੋ ਕਿ ਆਪਣੇ ਆਪ ਨੂੰ ਈਸਾਈਅਤ ਦਾ ਪ੍ਰਚਾਰਕ ਕਹਿੰਦਾ ਹੈ, ਪਰ ਉਸ ਨੂੰ ਈਸਾਈ ਮਤ ਦਾ ਊੜਾ ਐੜਾ ਵੀ ਨਹੀਂ ਆਉਂਦਾ। ਤੇ ਇੱਥੋਂ ਦੇ ਜਿਹੜੇ ਸਾਡੇ ਇਲਾਕੇ ਦੇ ਭੋਲੇ ਭਾਲੇ ਲੋਕ ਹਨ, ਪਹਿਲਾਂ ਤੇ ਆਪਣੇ ਰਿਸ਼ਤੇਦਾਰ ਇਕੱਠੇ ਕਰਕੇ, ਆਪਣੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਕੇ ਤੇ ਉਹਨਾਂ ਨੂੰ ਇਹਨੇ ਸਿਖਾਇਆ ਹੁੰਦਾ ਹੈ ਵੀ ਆਹ ਤੁਸੀਂ ਪਖੰਡਵਾਦ ਕਰਨਾ, ਤੇ ਉਹ ਫਿਰ ਭੋਲੇ ਭਾਲੇ ਲੋਕਾਂ ਨੂੰ ਇਹ ਗੁੰਮਰਾਹ ਕਰਕੇ ਤੇ ਉਹਨਾਂ ਦੇ ਧਰਮ ਤਬਦੀਲ ਕਰਾਉਂਦਾ। ਤੇ ਪਿੰਡਾਂ ਦੇ ਵਿੱਚ ਜਦੋਂ ਕਿ ਲੋਕ ਵੀ ਨਹੀਂ ਚਾਹੁੰਦੇ, ਬੀਬੀਆਂ ਭੇਜ ਕੇ ਉਹਨਾਂ ਦੇ ਘਰੀਂ ਪਰਚੇ ਸਟਵਾਉਂਦਾ। ਸੋ ਸਾਰੇ ਇਲਾਕੇ ਨੇ ਅਤੇ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ। ਅੱਜ ਤੋਂ 6 ਮਹੀਨੇ ਪਹਿਲਾਂ ਪ੍ਰਸ਼ਾਸਨ ਨੂੰ ਕਿਹਾ ਸੀ, ਪ੍ਰਸ਼ਾਸਨ ਨੇ ਅੱਜ ਸਾਨੂੰ ਵਿਸ਼ਵਾਸ ਦਿਵਾਇਆ ਹੈ ਵੀ ਇਹ ਜਿਹੜਾ ਵਾ ਇੱਥੇ ਪਖੰਡ ਦਾ ਜਿਹੜਾ ਇਹ ਚਲਾ ਰਿਹਾ ਡਰਾਮਾ, ਇਹ ਨਹੀਂ ਚੱਲੇਗਾ। ਤੇ ਮੈਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਜਥੇਬੰਦੀਆਂ ਸਾਰੀਆਂ ਨੂੰ ਅਪੀਲ ਕਰੂੰਗਾ ਕਿ ਜੇ ਅੱਜ ਆਪਾਂ ਤਗੜੇ ਹੋ ਕੇ ਆਪਣੇ ਧਰਮ ਨੂੰ, ਆਪਣੇ ਪੰਜਾਬ ਨੂੰ ਬਚਾਵਾਂਗੇ, ਬਚੂਗਾ, ਸੋ ਸਾਰੇ ਰਲ ਮਿਲ ਕੇ ਹੰਬਲਾ ਮਾਰੀਏ, ਇਹ ਪਖੰਡਵਾਦ ਤੋਂ ਪੰਜਾਬ ਨੂੰ ਮੁਕਤੀ ਕਰਵਾਈਏ। ਭਾਵੇਂ ਉਹ ਸਾਡੇ ਸਿੱਖ ਧਰਮ ਦੇ ਵਿੱਚ ਆ, ਭਾਵੇਂ ਉਹ ਈਸਾਈ ਧਰਮ ਦੇ ਵਿੱਚ ਆ, ਜਿਹੜਾ ਵੀ ਪਖੰਡਵਾਦ ਕਰਦਾ ਹੈ, ਪਖੰਡਵਾਦ ਇੱਥੇ ਬਿਲਕੁਲ ਨਹੀਂ ਚੱਲਣ ਦਿੱਤਾ ਜਾਊਗਾ। ਬਾਬਾ ਜੀ ਜਿਹੜੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਹੜੀ ਪਰਚੀਆਂ ਸੁੱਟਣ ਦੀ, ਉੱਥੇ ਸਿੰਘ ਵੀ ਇੱਕ ਕਰਦਾ ਪਿਆ, ਉਹਦੇ ਬਾਰੇ ਕੀ ਕਹਿਣਾ? ਹੁਣ ਗਾਂ ਤੁਸੀਂ ਕੀ ਕਹਿਣਾ ਚਾਹੁੰਦੇ? ਇਹੋ ਹੀ ਤੇ ਇਹੋ ਹੀ ਕਹਿ ਰਹੇ ਆ, ਸਾਰਿਆਂ ਵੀਰਾਂ ਨੂੰ ਬੇਨਤੀ ਕਰ ਰਹੇ ਆ ਵੀ ਜਦੋਂ ਤੁਹਾਡੇ ਆਪਾਂ ਚਾਹੁੰਦੇ ਹੀ ਨਹੀਂ ਆ ਵੀ ਸਾਡੇ ਕੋਈ ਬਾਹਰ ਦਾ ਧਰਮ ਆ ਕੇ ਸਾਡੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਧਰਮ ਤਬਦੀਲ ਕਰੇ, ਤੇ ਜਦੋਂ ਇਹੋ ਜਿਹੇ ਕਰਮ ਕਰ ਰਹੇ ਆ ਤੇ ਹਰ ਇੱਕ ਵੀਰ ਨੂੰ, ਹਰ ਇੱਕ ਜਿਹੜੇ ਜਾਗਰੂਕ ਲੋਕ ਨੇ, ਉਹਨਾਂ ਨੂੰ ਭਾਵੇਂ ਉਹ ਕਿਸੇ ਧਰਮ ਦੇ ਵਿੱਚ ਹੀ ਰਹਿੰਦਾ ਹੈ, ਉਹਨਾਂ ਨੂੰ ਇਹਨਾਂ ਪਖੰਡੀ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ। ਨਹੀਂ, ਐਵੇਂ ਦੀ ਕੋਈ ਗੱਲ ਨਹੀਂ ਆ। ਇੱਕ ਪਾਸੇ ਕ੍ਰਿਸਚਨ ਭਾਈਚਾਰਾ ਸੀਗਾ, ਉਹਨਾਂ ਨੇ ਰੈਂਟ ਤੇ ਜਗ੍ਹਾ ਲਈ ਹੋਈ ਸੀ, ਉਹ ਇਸ ਜਗ੍ਹਾ ਤੇ ਆਪਣਾ ਚਰਚ ਲਾਉਂਦੇ ਸੀਗੇ। ਇੱਕ ਪਾਸੇ ਸਿੱਖ ਜਥੇਬੰਦੀਆਂ ਸੀਗੀਆਂ ਕਿ ਜਿਨ੍ਹਾਂ ਦੇ ਪਿਓ ਇਹਨਾਂ ਦੇ ਵਿਰੋਧ ਵਿੱਚ ਖੜੀਆਂ ਹੋਈਆਂ ਕਿ ਇਸ ਜਗ੍ਹਾ 'ਤੇ ਅਸੀਂ ਪ੍ਰਚਾਰ ਨਹੀਂ ਹੋਣ ਦੇਣਾ। ਕੁਛ ਉਹਨਾਂ ਦੀਆਂ ਗੱਲਾਂ ਸੀ ਜਿਹੜੀਆਂ ਕਿ ਸਾਡੇ ਨਾਲ ਸ਼ੇਅਰ ਕੀਤੀਆਂ ਉਹਨਾਂ ਨੇ। ਉਹਦੇ ਮੁਤਾਬਕ ਜਿਹੜੀ ਕਿ ਜਗ੍ਹਾ ਜਿਨ੍ਹਾਂ ਨੇ ਰੈਂਟ 'ਤੇ ਦਿੱਤੀ ਹੋਈ ਸੀ, ਕੁਛ ਉਹਨਾਂ ਨਾਲ ਸਾਡਾ ਡਿਸਕਸ ਹੋਇਆ, ਅਤੇ ਜਿਹੜੇ ਵੀ ਕ੍ਰਿਸਚਨ ਭਾਈਚਾਰੇ ਵਾਲਿਆਂ ਨੂੰ ਵੀ ਅਸੀਂ ਸਮਝਾਇਆ, ਕੁਛ ਉਹਨਾਂ ਨੇ ਵੀ ਸਾਡੀ ਗੱਲ ਸੁਣ ਕੇ ਮੰਨ ਲਈਆਂ। ਔਰ ਜਿਹੜੇ ਸਿੱਖ ਜਥੇਬੰਦੀ ਦੇ ਬਾਬਾ ਜੀ ਮੇਜਰ ਸਿੰਘ ਜੀ ਸੀ ਆਏ, ਉਹਨਾਂ ਨਾਲ ਵੀ ਸਾਡਾ ਵਿਚਾਰ ਵਟਾਂਦਰਾ ਹੋਇਆ, ਅਤੇ ਉਹਨਾਂ ਨੇ ਵੀ ਜੋ ਗੱਲ ਉਹਨਾਂ ਨੇ ਕਹੀ, ਤੇ ਉਹ ਜਿਹੜਾ ਵਿਵਾਦ ਸੀਗਾ ਇਹ ਸ਼ਾਂਤੀਪੂਰਵਕ ਜਿਹੜਾ ਹੱਲ ਹੋ ਗਿਆ। ਗੁਰਦਾਸਪੁਰ ਦੇ ਪਿੰਡ ਫੱਜੂਪੁਰ ਦੇ ਲੋਕਾਂ ਨੇ 2 ਨਸ਼ਾ ਤਸਕਰਾਂ ਨੂੰ 5 ਗ੍ਰਾਮ ਹੈਰੋਇਨ ਅਤੇ ਇੱਕ ਨਸ਼ੇ ਦੇ ਟੀਕੇ ਸਮੇਤ ਕਾਬੂ ਕਰਤਾ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਹ ਲੋਕ ਝਾੜੀਆਂ ਦੇ ਵਿੱਚ ਨਸ਼ੇ ਦੇ ਟੀਕੇ ਲਗਾ ਰਹੇ ਸਨ ਅਤੇ ਇਸ ਦੀ ਵੀਡੀਓ ਵੀ ਵਾਇਰਲ ਹੋਈ ਸੀ। ਫੱਜੂਪੁਰ ਕੱਲ੍ਹ 30/8/22 ਨੂੰ ਇੱਕ ਇਨਫੋਰਮੇਸ਼ਨ ਆਈ ਸੀਗੀ, ਅਪਾਰ ਸਿੰਘ ਤੇ ਇੱਕ ਚੈਂਚਲ ਸਿੰਘ ਨੇ, ਉੱਥੋਂ ਦੇ ਮੋਤਬਰ ਵਿਅਕਤੀ ਨੇ, ਉਹਨਾਂ ਨੂੰ ਕੋਈ ਇਹ ਸੀਗਾ ਕਿ ਸਾਡੇ ਸਤਸੰਗ ਭਵਨ ਦੇ ਲਾਗੇ ਯਾਰਡ ਆ, ਉੱਥੇ ਲੋਕ ਆ ਕੇ ਆਪਣੇ ਜਿਹੜੇ ਨਸ਼ਈ ਆ ਉਹ ਟੀਕੇ ਟੂਕੇ ਲਾਉਂਦੇ ਆ। ਉਹਦੀ ਇਨਫੋਰਮੇਸ਼ਨ ਸੀ, ਉਹਨਾਂ ਦੇ ਆਪਾਂ ਸਿਵਲ ਕੱਪੜਿਆਂ 'ਚ ਵੀ ਮੁਲਾਜ਼ਮ ਲਾਏ ਸੀਗੇ, ਨਾਲ ਹੋਰ ਉਹਨਾਂ ਦੇ ਨਾਲ ਪਿੰਡ ਵਾਸੀ ਵੀ ਜਿਨ੍ਹਾਂ ਨੇ ਸਾਨੂੰ ਸਹਿਯੋਗ ਕੀਤਾ ਆ। ਉੱਥੇ 2 ਬੰਦੇ ਸੀਗੇ ਜੀ, ਇੱਕ ਰਮਨ ਕੁਮਾਰ ਤੇ ਡਿੰਪਲ। ਜਿਹੜਾ ਡਿੰਪਲ ਹੈ ਇਹ ਡਿੰਪਲ ਇਲੀਸ ਸਨੀ, ਇਹ ਲੇਲ ਪਿੰਡ ਦਾ ਆ, ਲੇਕਿਨ ਹੁਣ ਇੱਥੋਂ ਪਿੰਡ ਤੋਂ ਇਹਦੀ ਐਕਟੀਵਿਟੀ ਮਾੜੀ ਸੀਗੀ, ਇੱਥੋਂ ਪਿੰਡ ਛੱਡ ਕੇ ਪਿੰਡ ਡੇਅਰੀ ਵਾਲ ਰਹਿਣ ਲੱਗ ਗਿਆ। ਡੇਅਰੀ ਵਾਲ ਤੋਂ ਆਣ ਕੇ ਇੱਥੇ ਜਿਹੜਾ ਆ ਇੱਧਰੋਂ ਉੱਧਰੋਂ ਨਸ਼ੇ ਦੀਆਂ ਪੁੜੀਆਂ ਪੜੀਆਂ ਲੋਕਾਂ ਨੂੰ, ਆਮ ਮੁੰਡਿਆਂ ਨੂੰ ਪ੍ਰੇਰ ਕੇ ਤੇ ਉਹ ਵੰਡਦਾ ਸੀਗਾ। ਇਹ ਸਾਡੇ ਕਾਬੂ ਆਏ ਆ। ਇਹਨਾਂ 'ਤੇ ਰਾਤੀ ਅਸੀਂ ਮੇਰੇ ਸਬ ਇੰਸਪੈਕਟਰ ਸਰਦਾਰ ਓਂਕਾਰ ਸਿੰਘ ਜੀ, ਇਹਨਾਂ ਨੇ ਮੁਕੱਦਮਾ ਦਰਜ ਕੀਤਾ ਜੀ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਮਨਾਏ ਜਾ ਰਹੇ ਸਾਲਾਨਾ ਜੋੜ ਮੇਲੇ ਸਤੰਬਰ ਨੂੰ ਮਨਾਏ ਜਾ ਰਹੇ ਹਨ ਅਤੇ 2 ਦਿਨਾਂ ਮੇਲੇ ਜਗ ਦੇ ਸੰਬੰਧ ਵਿੱਚ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਸੰਗਤਾਂ ਦੀ ਭਰੀ ਆਮਦ ਨੂੰ ਲੈ ਕੇ ਲੋੜੀਂਦੇ ਪ੍ਰਬੰਧ ਦੀਆਂ ਤਿਆਰੀਆਂ ਉੱਚ ਪੱਧਰੀ ਤੇ ਸ਼ੁਰੂ ਕਰ ਦਿੱਤੀਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਦੁਆਰਾ ਬਾਉਲੀ ਸਾਹਿਬ ਦੇ ਮੈਨੇਜਰ ਜਵਰਾਜ ਸਿੰਘ ਅਤੇ ਹੋਰ ਪ੍ਰਬੰਧਕ ਮੇਲਾ ਜਗ ਦੀਆਂ ਤਿਆਰੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਗੀ ਪੱਧਰ ਤੇ ਆਰੰਭ ਕਰ ਦਿੱਤੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ
ਜੋਤੀ ਜੋਤ ਦਿਵਸ ਹਰ ਸਾਲ ਗੁਰਦੁਆਰਾ ਬੌਲੀ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ। ਜੋਤੀ ਜੋਤ ਦਿਵਸ ਮਿਤੀ 9 ਅਤੇ 10 ਸਤੰਬਰ ਨੂੰ ਆ ਰਿਹਾ ਹੈ, ਜਿਸ ਦੀਆਂ ਤਿਆਰੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀਆਂ ਜ਼ੋਰਾਂ 'ਤੇ ਚੱਲਦੀਆਂ ਹਨ। ਅੱਜ ਦੀ ਇਸ ਮੀਟਿੰਗ ਦਾ ਮੇਨ ਮਕਸਦ ਇਹ ਸੀ ਕਿ ਸ਼ਹਿਰ ਵਿੱਚ ਸੰਗਤਾਂ ਦੀ ਆਮਦ ਕਾਫੀ ਜ਼ਿਆਦਾ ਹੁੰਦੀ। ਸੰਗਤਾਂ ਦੀ ਆਮਦ ਹੋਣ ਕਰਕੇ ਤਰ੍ਹਾਂ ਤਰ੍ਹਾਂ ਦੇ ਪਾਰਕਿੰਗ, ਲੰਗਰ ਆਦਿ ਦੇ ਮੁੱਖ ਪ੍ਰਬੰਧਾਂ ਨੂੰ ਲੈ ਕੇ ਇਹ ਵਿਚਾਰ ਕੀਤਾ ਗਿਆ। ਸ਼ਹਿਰ ਦੀਆਂ ਨਾਮਵਰ ਜਥੇਬੰਦੀਆਂ, ਸਿੰਘ ਸਭਾ ਸੁਸਾਇਟੀਆਂ, ਹੋਰ ਵੀ ਜਥੇਬੰਦੀਆਂ ਨੇ ਇੱਥੇ ਸੱਦਿਆ ਗਿਆ, ਜਿਹੜੀਆਂ ਆਈਆਂ ਆ ਕੇ ਆਪਣੇ ਸੁਝਾਅ ਦਿੱਤੇ ਨੇ। ਉਹ ਸੁਝਾਵਾਂ 'ਤੇ ਅਮਲ ਕਰਦਿਆਂ ਹਰ ਤਰ੍ਹਾਂ ਦਾ ਅਮਲ ਕੀਤਾ ਜਾਊਗਾ ਕਿ ਕਿਸੇ ਵੀ ਤਰ੍ਹਾਂ ਦੀ ਸੰਗਤ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਆਵੇ। ਲੰਗਰ ਦਾ, ਰਿਹਾਇਸ਼ ਦਾ, ਪਾਰਕਿੰਗ ਦਾ ਸੁਚੱਜਾ ਪ੍ਰਬੰਧ ਹੋਵੇ। ਇਹਨਾਂ ਸਾਰੀਆਂ ਜਿਹੜੀਆਂ ਪਹੁੰਚੀਆਂ ਹੋਈਆਂ ਜਥੇਬੰਦੀਆਂ, ਸੁਸਾਇਟੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬੌਲੀ ਸਾਹਿਬ ਦੀ ਪੂਰੀ ਮੈਨੇਜਮੈਂਟ ਵੱਲੋਂ, ਅਤੇ ਪਰਿਵਾਰ ਸਮੇਤ ਹਾਜ਼ਰੀਆਂ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਲੈਣ ਸੰਬੰਧੀ ਪ੍ਰੇਰਿਆ ਗਿਆ ਹੈ। ਇਹਨਾਂ ਕਹਿੰਦਾ ਖਿਮਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਕੁਲਦੀਪ ਸਿੰਘ ਔਲਖ ਸਭ ਤੋਂ ਪਹਿਲਾਂ ਇਸ ਪਵਿੱਤਰ ਸਥਾਨ 'ਤੇ ਵੱਖ-ਵੱਖ ਧਾਰਮਿਕ, ਰਾਜਨੀਤਿਕ ਅਤੇ ਸਮਾਜਿਕ ਜਥੇਬੰਦੀਆਂ ਜਿਨ੍ਹਾਂ ਨੇ ਅੱਜ ਗੁਰੂ ਅਮਰਦਾਸ ਜੀ ਦਾ ਜਗ ਮੇਲਾ, ਜਦੋਂ ਗੁਰੂ ਅਮਰਦਾਸ ਜੋਤੀ ਜੋਤ ਸਮਾਏ ਸੀ, ਉਸ ਦੇ ਸੰਬੰਧ ਦੇ ਵਿੱਚ ਜਿਹੜਾ ਕਿ ਇੱਕ 9 ਔਰ 10 ਤਰੀਕ ਨੂੰ ਬਹੁਤ ਵੱਡਾ ਜਗ ਮੇਲਾ ਲੱਗ ਰਿਹਾ ਹੈ, ਉਸ ਦੇ ਸੰਬੰਧ ਦੇ ਵਿੱਚ ਵਿਚਾਰ ਕਰਨ ਦੇ ਲਈ ਮੈਨੇਜਰ ਸਾਹਿਬ ਵੱਲੋਂ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮੈਨੇਜਮੈਂਟ ਹੈ ਉਹਨਾਂ ਵੱਲੋਂ ਇੱਕ ਇਕੱਤਰਤਾ ਕੀਤੀ ਗਈ ਸੀ, ਜਿਸ ਦੇ ਵਿੱਚ ਵਿਚਾਰਾਂ ਕੀਤੀਆਂ ਗਈਆਂ ਕਿ ਉਸ ਮੇਲੇ ਨੂੰ ਯੋਗ ਔਰ ਸੁਚੱਜੇ ਔਰ ਅਸਾਰੂ ਤਰੀਕੇ ਦੇ ਨਾਲ ਕਿਸ ਤਰ੍ਹਾਂ ਕਰਾਉਣਾ ਹੈ, ਕਿਉਂਕਿ ਹਰ ਸਾਲ ਹੀ ਇਲਾਕੇ ਭਰ ਦੀਆਂ ਹੀ ਨਹੀਂ, ਪੰਜਾਬ ਭਰ ਦੀਆਂ ਸੰਗਤਾਂ ਜਿਹੜੀਆਂ ਦੇਸ਼ ਵਿਦੇਸ਼ ਦੇ ਵਿੱਚੋਂ ਵੀ ਆ ਕੇ ਸੰਗਤਾਂ ਇਸ ਸਤਿਕਾਰ ਦੇ ਨਾਲ ਇਹ ਸਮਾਗਮ ਜਿਹੜਾ ਕਰਵਾਉਂਦੀਆਂ, ਅਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਗੁਰੂ ਸਾਹਿਬਾਨ ਵੱਲੋਂ ਜੋ ਸਿਪਾਹੀ ਪੂਰ ਨੇ ਉਹਨਾਂ ਦੇ ਚੱਲ ਸਕੀਏ। ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਿਆਹ ਪੂਰਵ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਹਨ। ਸੰਗਤਾਂ ਦੇ ਸਹਿਯੋਗ ਲਈ ਚਾਈਨਾ ਤੋਂ 15 ਲੱਖ ਦੇ ਫੁੱਲ ਨਾਲ ਇਸ ਗੁਰੂ ਘਰ ਨੂੰ ਸਜਾਇਆ ਜਾਵੇਗਾ ਅਤੇ ਗੁਰੂ ਘਰ ਵਿੱਚ ਰੰਗ ਬਰੰਗੀਆਂ ਲੜੀਆਂ ਵੀ ਲਗਾਈਆਂ ਜਾਣਗੀਆਂ। ਪ੍ਰਬੰਧਕਾਂ ਨੇ ਦੱਸਿਆ ਕਿ 2 ਸਤੰਬਰ ਦਿਨ ਸ਼ੁੱਕਰਵਾਰ ਨੂੰ ਮਹਾਨ ਨਗਰ ਕੀਰਤਨ ਸਜਾਏ ਜਾਣਗੇ, ਜਿਸ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਮੈਨੇਜਮੈਂਟ ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਮਾਨਯੋਗ ਮੈਨੇਜਰ ਸਰਦਾਰ ਸਰਬਦਿਆਲ ਸਿੰਘ ਜੀ, ਹਲਕਾ ਸੁਲਤਾਨਪੁਰ ਲੋਧੀ ਦੇ ਅੰਤਰੰਗ ਕਮੇਟੀ ਦੇ ਮੈਂਬਰ ਸਾਹਿਬਾਨ, ਸਾਰਿਆਂ ਦੇ ਵੱਲੋਂ ਆਪ ਸੰਗਤਾਂ ਨੂੰ ਧੰਨ ਧੰਨ ਜਗਤ ਵਾਲੀ ਜਗਤ ਗੁਰੂ ਨਿਰੰਜਨੀ ਜੋਤ ਗੁਰੂ ਬਾਬਾ ਜੀ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੀ ਆਪ ਸਾਰੀਆਂ ਸੰਗਤਾਂ ਨੂੰ, ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ, ਗਿਰਦੋ ਨਿਗਾਹ ਇਲਾਕੇ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਵਿਆਹ ਪੁਰਬ ਦਾ ਇਤਿਹਾਸ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਬਟਾਲੇ ਜਗਤ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਵਾਸਤੇ ਸੁਲਤਾਨਪੁਰ ਲੋਧੀ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੰਝ ਬਰਾਤ ਇੱਥੋਂ ਗਈ ਸੀ। ਉਸ ਵਿਆਹ ਪੁਰਬ ਦੀ ਯਾਦ ਖੁਸ਼ੀ ਨੂੰ ਮਨਾਉਂਦਿਆਂ ਹੋਇਆਂ ਹਰ ਸਾਲ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਵਿਖੇ ਜਾਹੋ ਜਲਾਲ ਉਮਾ ਸ਼ਰਧਾ ਸਤਿਕਾਰ ਦੇ ਨਾਲ ਹਰ ਸਾਲ ਵਿਆਹ ਪੁਰਬ ਮਨਾਇਆ ਜਾਂਦਾ ਹੈ ਅਤੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਆਰੰਭ ਹੋ ਕੇ ਬਟਾਲਾ ਨਗਰ ਗੁਰਦੁਆਰਾ ਸੱਤ ਕਰਤਾਰੀਆਂ ਸਾਹਿਬ ਵਿਖੇ ਦੇਰ ਰਾਤ ਨੂੰ ਜਾ ਕੇ ਸਮਾਪਤੀ ਹੁੰਦੀ ਹੈ ਹਰੇਕ ਸਾਲ। ਸੋ ਇਸ ਵਾਰ ਵੀ 2 ਸਤੰਬਰ ਨੂੰ ਸਵੇਰੇ 7 ਵਜੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜੀ ਤੋਂ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਣੀ ਹੈ। 5 ਪਿਆਰੇ ਸਾਹਿਬਾਨ ਦੀ ਅਗਵਾਈ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਵਾਹਿਗੁਰੂ ਗੁਰਮੰਤਰ ਦੇ ਅਲੌਕਿਕ ਕ੍ਰਿਸ਼ਮਿਆਂ ਦੇ ਨਾਲ ਸੰਗਤਾਂ ਵੱਧ ਤੋਂ ਵੱਧ
ਇਸ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ ਜੀ। ਰੂਪਨਗਰ ਪੁਲਿਸ ਨੇ ਲਾਰੈਂਸ ਬਿਸ਼ਨੋਈ ਗਰੁੱਪ ਦੇ ਮੈਂਬਰ ਦੱਸਦੇ ਹੋਏ ਫਿਰੌਤੀ ਮੰਗਣ ਵਾਲੇ ਗਿਰੋਹ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ਅਤੇ ਪਿੰਡ ਬੜੀ ਝੱਲੀਆਂ ਦੇ ਵਸਨੀਕ ਦੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਉਕਤ ਵਿਅਕਤੀ ਖੁਦ ਨੂੰ ਲਾਰੈਂਸ ਬਿਸ਼ਨੋਈ ਗਰੁੱਪ ਦਾ ਮੈਂਬਰ ਕਹਿ ਕੇ ਦੱਸ ਕੇ ਆਪਣੇ ਆਪ ਨੂੰ ਸਿੰਘਾ ਗੈਂਗਸਟਰ ਦੱਸ ਕੇ ਮੋਬਾਈਲ ਫੋਨ ਤੇ ਧਮਕੀਆਂ ਦਿੰਦਾ ਸੀ ਅਤੇ ਫਿਰੌਤੀ ਵਸੂਲਦਾ ਸੀ ਅਤੇ ਜੇਕਰ ਕੋਈ ਪੈਸੇ ਦੀ ਮਨਾ ਕਰਦਾ ਸੀ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ। ਰੂਪਨਗਰ ਪੁਲਿਸ ਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਜਦੋਂ 2 ਬੰਦੇ ਗ੍ਰਿਫਤਾਰ ਕੀਤੇ ਗਏ ਜਿਹੜੇ ਕਿ ਥ੍ਰੈਟ ਕਾਲਸ ਕਰਦੇ ਸੀ ਅੱਡ-ਅੱਡ ਵਪਾਰੀਆਂ ਨੂੰ ਤੇ ਉਹਨਾਂ ਤੋਂ ਫਿਰੌਤੀ ਦੀ ਮੰਗ ਕਰਦੇ ਸੀਗੇ। ਇਹਦੇ ਵਿੱਚ ਸਾਨੂੰ ਜਦੋਂ ਪਹਿਲਾਂ ਕੰਪਲੇਂਟਸ ਆਉਣੀਆਂ ਸ਼ੁਰੂ ਹੋਈਆਂ ਤਾਂ ਕਰੀਬ 4 ਕੰਪਲੇਂਟ ਸਾਡੇ ਕੋਲ ਆਈਆਂ ਨੇ ਜਿਹਦੇ ਤਹਿਤ ਉਹਨਾਂ ਨੂੰ ਥ੍ਰੈਟ ਕਾਲਸ ਆਉਂਦੀਆਂ ਸੀ ਤੇ 3-3 ਲੱਖ ਦੀ ਡਿਮਾਂਡ ਕੀਤੀ ਜਾਂਦੀ ਸੀ ਤੇ ਜਿਹੜੇ ਡਿਮਾਂਡ ਕਰਨ ਵਾਲੇ ਸੀਗੇ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਨਾਮ ਲੈ ਕੇ ਉਹ ਦੱਸਦੇ ਸੀ ਕਿ ਅਸੀਂ ਉਹਨਾਂ ਦੇ ਮੈਂਬਰ ਹੈ ਅਤੇ ਜਿਹੜੇ ਉਹ ਥ੍ਰੈਟ ਕਾਲਸ ਜਿਹੜੇ ਕਰਕੇ ਫਿਰੌਤੀ ਦੀ ਮੰਗ ਕਰਦੇ ਸੀਗੇ। ਸਾਡੀ ਜਿਹੜੀ ਟੀਮਾਂ ਸੀਗੀਆਂ ਸਾਡੀਆਂ ਸਬ ਡਿਵੀਜ਼ਨ ਦੀਆਂ ਟੀਮਾਂ ਥਾਣਾ ਸਿਟੀ ਰੋਪੜ ਦੀਆਂ ਟੀਮਾਂ ਸੀਆਈਏ ਦੀ ਟੀਮਾਂ ਇਮੀਡੀਏਟਲੀ ਇਹਦੇ ਵਿੱਚ ਇਨਵੋਲਵ ਹੋ ਗਈਆਂ ਤੇ ਡਿਊਰਿੰਗ ਇਨਵੈਸਟੀਗੇਸ਼ਨ ਇਹ ਦੋਨੋਂ ਬੰਦੇ ਜਿਹੜੇ ਸੀਗੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੇ ਵਿੱਚ ਪ੍ਰੀਲਿਮਿਨਰੀ ਜਿਹੜੀ ਹੈਗੀ ਹੈ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜੇ ਆ ਦੋਨੋਂ ਬੰਦੇ ਸੀਗੇ ਇੱਕ ਇਹਨਾਂ ਨੇ ਪਹਿਲਾਂ ਇੱਕ ਮੋਟਰਸਾਈਕਲ ਚੋਰੀ ਕੀਤਾ, ਫਿਰ ਉਸ ਤੋਂ ਬਾਅਦ ਇੱਕ ਮੋਬਾਈਲ ਖੋਇਆ ਤੇ ਉਹ ਮੋਬਾਈਲ ਖੋ ਕੇ ਇਹ ਕਾਲਸ ਜਿਹੜੀਆਂ ਸੀਗੀਆਂ ਉਹ ਕਰਦੇ ਸੀਗੇ। ਉਸ ਤੋਂ ਬਾਅਦ ਇੰਟਰਨੈਟ ਤੋਂ ਕੁਝ ਵੈਪਨਸ ਦੀਆਂ ਫੋਟੋਆਂ ਡਾਊਨਲੋਡ ਕਰਦੇ ਸੀਗੇ ਤੇ ਦੂਜੇ ਬੰਦੇ ਨੂੰ ਡਰਾਉਣ ਵਾਸਤੇ ਇੱਕ ਫੋਟੋਜ਼ ਭੇਜਦੇ ਸੀ ਵੈਪਨਸ ਦੀਆਂ ਤੇ ਪਲੱਸ ਉਹਨਾਂ ਨੂੰ ਕਾਲ ਕਰਕੇ ਪੁੱਠਾ ਸਿੱਧਾ ਬੋਲਦੇ ਸੀਗੇ ਤੇ ਉਹਨਾਂ ਨੂੰ ਧਮਕੀਆਂ ਦਿੰਦੇ ਸੀਗੇ। ਇਹ ਦੋਨਾਂ ਨੂੰ ਇਹ ਹਜੇ ਹਫ਼ਤਾ ਕੁ ਪਹਿਲਾਂ ਹੀ ਇਹਨਾਂ ਨੇ ਕੰਮ ਸ਼ੁਰੂ ਕੀਤਾ ਸੀ, ਹਜੇ ਹਫ਼ਤਾ 10 ਦਿਨ ਪਹਿਲਾਂ ਹੀ ਤੇ ਕਰੀਬ 7 ਦੇ ਆਸ-ਪਾਸ ਇਹ ਕਾਲਸ ਆਲਰੇਡੀ ਕਰ ਚੁੱਕੇ ਸੀ ਜਿਨ੍ਹਾਂ 'ਚ 4 ਰੋਪੜ ਦੇ ਵਪਾਰੀਆਂ ਨੂੰ ਕਾਲ ਸੀਗੀਆਂ, 2 ਖਰੜ ਦੇ ਕੋਈ ਜਿਊਲਰਸ ਨੂੰ ਕਾਲ ਕੀਤੀਆਂ ਸੀਗੀਆਂ ਤੇ ਇੱਕ ਮੋਹਾਲੀ ਦੇ ਕਿਸੇ ਜਿਮ ਓਨਰ ਨੂੰ ਕਾਲ ਕੀਤੀ ਸੀਗੀ ਤੇ ਹਜੇ ਕੋਈ ਵੀ ਇਹਨਾਂ ਨੇ ਅਮਾਊਂਟ ਕਲੈਕਟ ਨਹੀਂ ਕੀਤਾ ਸੀਗਾ। ਹਜੇ ਇਹਨਾਂ ਦੀ ਗੱਲਬਾਤ ਚੱਲਦੀ ਸੀ ਤੇ ਉਦੋਂ ਪਹਿਲਾਂ ਹੀ ਰੋਪੜ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਫਾਜ਼ਿਲਕਾ ਨਗਰ ਕੌਂਸਲ ਵੱਲੋਂ ਨਜਾਇਜ਼ ਕਬਜ਼ੇ ਹਟਾਏ ਜਾਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਕਾਰਵਾਈ ਤੇ ਲੋਕਾਂ ਦਾ ਗੁੱਸਾ ਸਾਫ਼ ਵੇਖਣ ਨੂੰ ਮਿਲ ਰਿਹਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਹਿਲਾਂ ਕੋਈ ਵੀ ਨੋਟਿਸ ਨਹੀਂ ਮਿਲਿਆ। ਜਦੋਂ ਨਗਰ ਨਿਗਮ ਦੇ ਕਰਮਚਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ 3 ਦਿਨ ਪਹਿਲਾਂ ਦੁਕਾਨਦਾਰਾਂ ਨੂੰ ਨੋਟਿਸ ਕੱਢਿਆ ਜਾ ਚੁੱਕਿਆ, ਇਸ ਦੇ ਬਾਵਜੂਦ ਵੀ ਇਹਨਾਂ ਨੇ ਨਜਾਇਜ਼ ਕਬਜ਼ੇ ਨਹੀਂ ਚੱਕੇ। ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀਆਂ ਹਦਾਇਤਾਂ ਸਾਨੂੰ ਮਿਲੀਆਂ ਗਈਆਂ ਸੀਗੀਆਂ ਸਾਨੂੰ ਪ੍ਰਾਪਤ ਹੋਈਆਂ ਨੇ ਉਹਦੀ ਅਸੀਂ ਕੰਪਲਾਈਂਸ ਕਰ ਰਹੇ ਹਾਂ। ਅੱਜ ਅਸੀਂ ਇਸ ਤੋਂ ਪਹਿਲਾਂ ਨੋਟਿਸ ਜਾਰੀ ਕੀਤੇ ਸੀਗੇ 15 ਅਗਸਤ ਤੋਂ ਪਹਿਲਾਂ ਵੀ ਅਸੀਂ ਜਿਹੜੇ ਕਬਾੜੀ ਵਾਲੇ ਹੈਗੇ ਨੇ ਉਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਜਿਹੜਾ ਜਗ੍ਹਾ ਘੇਰੀ ਹੋਈ ਹੈ ਨਗਰ ਕੌਂਸਲ ਜਗ੍ਹਾ ਘੇਰੀ ਹੋਈ ਹੈ ਆਪਣਾ ਸਮਾਨ ਜਿਹੜਾ ਹੈਗਾ ਸਰਕਾਰੀ ਜਗ੍ਹਾ ਤੋਂ ਚੱਕ ਕੇ ਆਪਣੇ ਅੰਦਰ ਰੱਖੋ ਤੇ ਕਬਾੜ ਦੇ ਸਮਾਨ ਨਾਲ ਗੰਦਗੀ ਬੜੀ ਪੈਦਾ ਹੁੰਦੀ ਹੈ। ਅਗਰ ਬਾਰਿਸ਼ ਹੁੰਦੀ ਹੈ ਤੇ ਉਹਦੇ ਵਿੱਚ ਪਾਣੀ ਇਕੱਠਾ ਹੋ ਜਾਂਦਾ ਤੇ ਡੇਂਗੂ ਦਾ ਲਾਰਵਾ ਬਣ ਜਾਂਦਾ ਹੈ ਤੇ ਇਸ ਚੀਜ਼ ਨੂੰ ਸੋਲਵ ਕਰਨ ਲਈ ਅਸੀਂ ਇਹਨਾਂ ਨੂੰ ਨੋਟਿਸ ਜਾਰੀ ਕੀਤੇ ਸੀਗੇ ਕਿ ਅੱਜ ਜਗ੍ਹਾ ਕਿ ਇਹ ਸਮਾਨ ਜਿਹੜਾ ਹੈਗਾ ਚੱਕ ਕੇ ਆਪਣੀ ਜਿਹੜੀ ਸਰਕਾਰੀ ਜਗ੍ਹਾ ਖਾਲੀ ਕਰ ਦਿਓ। ਖਾਲੀ ਨਾ ਕਰਨ ਦੇ ਉਪਰੰਤ ਸਾਨੂੰ ਇਹ ਉਪਰਾਲਾ ਕਰਨਾ ਪੈ ਰਿਹਾ ਹੈ। ਅੱਜ ਅਸੀਂ ਇਨਫੋਰਸਮੈਂਟ ਅਭਿਆਨ ਦੇ ਤਹਿਤ ਅਸੀਂ ਇੱਥੇ ਆਏ ਹਾਂ ਤੇ ਜਿੰਨੇ ਵੀ ਕਬਾੜ ਵਾਲੇ ਹੈ ਪਲੱਸ ਗਊਸ਼ਾਲਾ ਰੋਡ ਤੇ ਇਸ ਦੇ ਨਾਲ ਜਿੱਥੋਂ ਸਾਨੂੰ ਸ਼ਿਕਾਇਤਾਂ ਪ੍ਰਾਪਤ ਹੁੰਦੀਆਂ ਨੇ ਕੋਈ ਟ੍ਰੈਫਿਕ ਸੰਬੰਧੀ ਜਾਂ ਕੋਈ ਸਫਾਈ ਸੰਬੰਧੀ ਅਸੀਂ ਉਹ ਸਾਰਾ ਸਮਾਨ ਜਿਹੜਾ ਹੈਗਾ ਜਿਹੜਾ ਸਰਕਾਰੀ ਜਗ੍ਹਾ ਤੇ ਪਿਆ ਹੈ ਉਹ ਅੱਜ ਚੱਕ ਕੇ ਲੈ ਕੇ ਜਾਵਾਂਗੇ। ਮੋਹਾਲੀ ਅਧੀਨ ਆਉਂਦੇ ਪਿੰਡ ਕੁਰਾਲੀ ਦੇ ਪਿੰਡ ਝਿੰਗੜਾ ਦੇ ਰਹਿਣ ਵਾਲੇ ਸਰਦਾਰ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਆਮ ਆਦਮੀ ਪਾਰਟੀ ਨੇ ਵੱਡੀ ਜ਼ਿੰਮੇਵਾਰੀ ਸੌਂਪਦੇ ਹੋਏ ਅੱਜ ਮਿਲਕਫੈਡ ਪੰਜਾਬ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ। ਇਸ ਖਬਰ ਤੋਂ ਬਾਅਦ ਉਹਨਾਂ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਖੁਸ਼ੀ ਵਿੱਚ ਲੱਡੂ ਵੰਡੇ ਗਏ। ਕਰੀਬ ਹੈ ਨਰਿੰਦਰ ਸਿੰਘ ਸ਼ੇਰਗਿੱਲ ਤੇ ਯਾਰਾਂ ਦੇ ਯਾਰ ਹੈ, ਤੁਹਾਡੇ ਕਾਫੀ ਕਰੀਬ ਹੈ, ਕੀ ਕਹਿਣਾ ਚਾਹੁੰਦੇ ਹੋ ਉਹਨੂੰ ਉਹਦਾ ਵੀ ਲਿਆ ਜੀ? ਦੇਖੋ ਜੀ ਇੱਕ ਅੱਜ ਦੇ ਤਰੀਕ ਦੇ ਵਿੱਚ ਅਸੀਂ ਮਤਲਬ ਜਿਹੜੇ ਪੁਰਾਣੇ ਵਰਕਰ ਸੀ ਜਿੰਨੇ ਆਮ ਆਦਮੀ ਪਾਰਟੀ ਦੇ ਫਾਊਂਡਰ ਵਰਕਰ ਹੈਗਾ, ਮੈਂ ਵੀ 2013 ਤੋਂ ਹੈਗਾ ਵਰਕ ਕਰ ਰਿਹਾ, ਉਹ ਜਿਹੜਾ ਕੰਮ ਕੀਤਾ ਸੀਗਾ ਨਰਿੰਦਰ ਸ਼ੇਰਗਿੱਲ ਜੀ ਨੇ ਔਰ ਆਮ ਆਦਮੀ ਪਾਰਟੀ ਦੇ ਇਸ ਹਲਕੇ ਦੇ ਲੋਕਾਂ ਨੇ ਉਹਨਾਂ ਦੇ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਆ। ਔਰ ਠੀਕ ਹੈ ਅਸੀਂ ਉਹਨਾਂ ਦੇ ਬਹੁਤ ਕਰੀਬੀ ਰਹੇ, ਇਸ ਕਰਕੇ ਰਹੇ ਕਿ ਅਸੀਂ ਉਹਨਾਂ ਦੇ ਨਹੀਂ ਅਸੀਂ ਪਾਰਟੀ ਦੇ ਕਰੀਬੀ ਸੀ ਔਰ ਉਹਨਾਂ ਦੇ ਮੁਖੀਆ ਸੀਗੇ ਇਸ ਖੇਤਰ ਦੇ ਤੇ ਉਹਨਾਂ ਨੂੰ ਥੋੜ੍ਹਾ ਜਿਹਾ ਕਿਸੇ ਕਾਰਨ ਟਿਕਟ ਨਹੀਂ ਮਿਲੀ। ਚਲੋ ਅਨਮੋਲ ਭੈਣ ਨੂੰ ਸਾਨੂੰ ਛੋਟੀ ਭੈਣ ਨੂੰ ਟਿਕਟ ਮਿਲ ਗਈ, ਉਹ ਇੱਥੋਂ ਦੇ MLA ਬਣ ਗਏ। ਲੇਕਿਨ ਅੱਜ ਚੇਅਰਮੈਨ ਬਣਾ ਕੇ ਅਸੀਂ ਭਗਵੰਤ ਮਾਨ ਜੀ ਦੇ ਤੇ ਆਮ ਆਦਮੀ ਪਾਰਟੀ ਦੇ ਸਾਰੇ ਪਦਾਧਿਕਾਰੀਆਂ ਦਾ ਸ਼ੁਕਰੀਆ ਕਰਦੇ ਹਾਂ ਭਈ ਉਹਨਾਂ ਨੇ ਇਹ ਜਿਹੜੇ ਜਿਨ੍ਹਾਂ ਨੇ ਬਹੁਤ ਹੀ ਆਪਣੇ ਤਨ ਮਨ ਧਨ ਨਾਲ ਇਸ ਕੰਮ ਨੂੰ ਕੀਤਾ ਔਰ ਵਰਕਰਾਂ ਦਾ ਵੀ ਇਹ ਸਨਮਾਨ ਹੋਇਆ, ਪੁਰਾਣੇ ਵਰਕਰਾਂ ਦਾ ਵੀ ਇਸ ਗੱਲ ਦੇ ਵਿੱਚ ਸਨਮਾਨ ਹੋਇਆ ਹੈ ਕਿ ਇੱਕ ਚੀਜ਼ ਨੂੰ ਉਹਨਾਂ ਨੇ ਇੱਕ ਨਰਿੰਦਰ ਸ਼ੇਰਗਿੱਲ ਜੀ ਨੂੰ ਮਿਲਕਫੈਡ ਦਾ ਚੇਅਰਮੈਨ ਬਣਾਇਆ।
ਪਾਰਟੀ ਵਰਕਰ ਤੋਂ ਕੰਮ ਤਾਂ ਲੈਂਦੀ ਹੈ ਪਰ ਉਹਦਾ ਨਹੀਂ ਦਿੰਦੀ। ਇਸ ਵਾਰ ਜਿਹੜੀ ਇੱਕ ਵੱਡਾ ਅਹੁਦਾ ਨਰਿੰਦਰ ਸਿੰਘ ਸ਼ੇਰਗਿੱਲ ਨੂੰ ਮਿਲਿਆ। ਅੱਜ ਬਹੁਤ ਹੀ ਵਡਭਾਗਾ ਦਿਨ ਹੈ ਕਿ ਜਿਸ ਗੱਲ ਦੀ ਅਸੀਂ ਇੰਤਜ਼ਾਰ ਕਰਦੇ ਸੀ ਇੰਨੀ ਦੇਰ ਤੋਂ ਅੱਜ ਉਹ ਪੂਰੀ ਹੋਈ ਹੈ। ਇਲਾਕਾ ਬੜਾ ਖੁਸ਼ ਹੈ ਔਰ ਅਸੀਂ ਵੀ ਵਾਹਿਗੁਰੂ ਅੱਗੇ ਰੋਜ਼ ਅਰਦਾਸਾਂ ਕਰਦੇ ਸੀ ਵੀ ਸਾਡਾ ਵੀ ਜਿਹੜਾ ਸ਼ੇਰਗਿੱਲ ਵੀਰ ਹੈ ਉਹ ਅੱਗੇ ਆਵੇ ਤਾਂ ਸਾਡੀ ਜਿਹੜੀ ਆ ਉਹ ਟੌਰ ਬਣੇ। ਉਹਨਾਂ ਦਾ ਭਰਾ ਸਰਦਾਰ ਮੇਜਰ ਸਿੰਘ ਸ਼ੇਰਗਿੱਲ ਜੀ ਔਰ ਖਾਸ ਕਰਕੇ ਸਾਡੇ ਕੌਸ਼ਲ ਜੀ ਜਿਨ੍ਹਾਂ ਨੇ ਕਿਸ ਪਾਰਟੀ ਨੂੰ ਇੱਥੇ ਬੜਾ ਉਤਸ਼ਾਹਿਤ ਕਰਕੇ ਮੈਨੂੰ ਵੀ ਇਹਨਾਂ ਨੇ ਪਾਰਟੀ 'ਚ ਲਿਆਂਦਾ ਔਰ ਸਾਰੇ ਇਲਾਕੇ ਦੇ ਵਿੱਚ ਜਿਹੜੀ ਪਾਰਟੀ ਸਾਡੀ ਛਾਈ ਔਰ ਅੱਜ ਇਹ ਦਿਨ ਜਿਹੜਾ ਆਇਆ ਸਾਡੇ ਲਈ ਬਹੁਤ ਹੀ ਮਹੱਤਵਪੂਰਨ ਦਿਨ ਹੈ। ਮੈਂ ਸਾਰੀ ਪ੍ਰੈਸ ਨੂੰ ਜਿਹੜੇ ਕਿ ਸਾਡੇ ਪ੍ਰੈਸ ਵਾਲੇ ਸਾਨੂੰ ਚਮਕਾਉਂਦੇ ਆ ਇਹਨਾਂ ਸਾਰਿਆਂ ਨੂੰ ਆਪਣੇ ਵਰਕਰਾਂ ਨੂੰ ਆਪਣੇ ਵਲੰਟੀਅਰ ਨੂੰ ਮੈਂ ਬਹੁਤ ਬਹੁਤ ਇਸ ਗੱਲ ਤੇ ਵਧਾਈ ਦਿੰਦੀ ਆ ਔਰ ਸ਼ੇਰਗਿੱਲ ਜੀ ਦੇ ਸਾਰੀ ਫੈਮਿਲੀ ਨੂੰ ਵਧਾਈ ਦਿੰਦੇ ਆ, ਮੁਬਾਰਕਾਂ ਦਿੰਦੇ ਆ ਜਿਨ੍ਹਾਂ ਦੇ ਲਈ ਇਹ ਅੱਜ ਦਿਨ ਆਇਆ ਬੜਾ ਖੁਸ਼ੀਆਂ ਦਾ ਮਸਾ ਦਿਨ ਆਇਆ। ਇਸ ਕਰਕੇ ਮੈਂ ਤੁਸੀਂ ਸਾਰੀ ਵਧਾਈ ਦੇ ਪਾਤਰ ਹੋ। ਨਾ ਉਸਤਾਦ ਨਾ ਕਿਸੇ ਗਾਇਕੀ ਦਾ ਸਾਥ, ਇਸੇ ਬਾਵਜੂਦ ਵੀ ਬਟਾਲਾ ਦੀ 10 ਸਾਲਾ ਬੇਟੀ ਸੁਪਰਸਟਾਰ ਸਿੰਗਰ ਦੇ ਮੁਕਾਬਲੇ ਵਿੱਚ ਸੈਮੀਫਾਈਨਲ ਤੱਕ ਪਹੁੰਚ ਗਈ। ਘਰ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ। ਅੱਜ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਵਧਾਈ ਦਿੱਤੀ। ਉਹਨਾਂ ਕਿਹਾ ਕਿ ਇਸ ਬੱਚੀ ਨੇ ਬਟਾਲਾ ਸ਼ਹਿਰ ਵਾਸੀਆਂ ਨਹੀਂ ਬल्कि पूरे पंजाब का नाम रोशन किया है। मैं जब 6 साल की थी तब से मुझे सिंगिंग का शौक़ था और तब से मैंने YouTube से देख के सीखना शुरू किया। मतलब मैंने सीखा नहीं, YouTube से ऐसे ही देख के मैं गाना गाती थी और फिर करते करते पापा को मेरा जब गाना अच्छा लगा तो ऑनलाइन शोज़ भी मैंने किए, पर ये मेरा पहला रियलिटी शो था और इस शो में मैं सेमीफिनाले तक गई और मैंने इस शो में बहुत कुछ सीखा, बहुत कुछ। किसकी सपोर्ट रही सबसे ज़्यादा? सबसे ज़्यादा मेरे पापा की सपोर्ट रही। जो आपके पड़ोसी तो पता लगा था उनकी भी बहुत सपोर्ट थी तुम्हारे को? हाँ जी। कितनी की सपोर्ट थी उनकी? उनकी भी बहुत सपोर्ट थी, उन्होंने मुझे बहुत वोट किया। सबसे ज़्यादा किस जजेस को पसंद करते थे? मैं अलका मैम को। एक सॉन्ग अलका मैम का। तुम सा कोई प्यारा कोई मासूम नहीं है, क्या चीज़ हो तुम खुद तुम्हें मालूम नहीं है, लाखों है मगर तुम सा यहाँ कौन हंसी है, तुम जान हो मेरी तुम्हें मालूम नहीं है, ये चांदनी इन आँखों का साया तो नहीं है, तुम जान हो मेरी तुम्हें मालूम नहीं है। थैंक यू। ਮਾਜਨ ਦੇ ਘਰ ਆਇਆ। ਇਸ ਬੇਟੀ ਨੇ ਸਾਡੇ ਸਾਰਿਆਂ ਦਾ ਬਟਾਲੇ ਵਾਸੀਆਂ ਦਾ ਬਹੁਤ ਮਾਣ ਵਧਾਇਆ, ਸਾਡੀ ਸ਼ਾਨ ਵਧਾਈ ਹੈ, ਸਾਡਾ ਸਿਰ ਉੱਚਾ ਕੀਤਾ ਤੇ ਆਸ ਕਰਨੇ ਆ ਈਸ਼ਵਰ ਅੱਗੇ ਦੁਆ ਕਰਨੇ ਆ ਕਿ ਈਸ਼ਵਰ ਕਿਰਪਾ ਕਰੇਗਾ। ਜੈਦਕਾਂ ਬੇਟੀ ਸੈਮੀਫਾਈਨਲ 'ਚ ਰਹਿ ਗਈ ਆ ਤੇ ਅਗਲੀ ਵਾਰੀ ਸਾਡੇ ਬਟਾਲੇ ਦੀ ਲਤਾ ਬਣਦੀ ਹੋਈ, ਪੰਜਾਬ ਦੀ ਲਤਾ ਬਣਦੀ ਹੋਈ ਅਗਲੀ ਵਾਰੀ ਪਹਿਲੇ ਨੰਬਰ 'ਤੇ ਜਿੱਤ ਕੇ ਆਏਗੀ। ਛੋਟੀ ਏਜ ਸੀ ਇਹਦੀ ਜਦੋਂ ਤੋਂ ਇਹਨੇ ਗਾਣੇ ਸੁਣਨੇ, ਗਾਣਿਆਂ 'ਚ ਇੰਟਰਸਟ ਲੈਣਾ ਸ਼ੁਰੂ ਕੀਤਾ, ਗੁੰਗੁਣਾਉਂਦੀ ਸੀ ਤੇ ਵਿੱਚ ਗਾਣਿਆਂ 'ਚ ਇਹੋ ਜਿਹੀ ਹਰਕਤਾਂ ਲੈ ਜਾਂਦੀ ਸੀ ਕਿ ਸਾਨੂੰ ਲੱਗਾ ਕਿ ਹਾਂ ਇਹ ਕੁਝ ਕਰ ਸਕਦੀ ਹੈ। ਸਪੈਸ਼ਲੀ ਇਹਦੇ ਪਾਪਾ ਨੂੰ, ਉਹਨਾਂ ਨੂੰ ਲੱਗਾ ਕਿ ਇਹਦੇ 'ਚ ਕੁਝ ਹੈ, ਸਿੰਗਿੰਗ 'ਚ ਇੰਟਰਸਟ ਲੈ ਰਹੀ ਹੈ ਤੇ ਅਸੀਂ ਹੌਲੀ ਹੌਲੀ ਇਹਦੇ ਕੋਲੋਂ ਸੁਣਨਾ ਸ਼ੁਰੂ ਕਰ ਦਿੱਤਾ ਤੇ ਇਹਦੇ ਪਾਪਾ ਇਹਨੂੰ ਹੋਰ ਅੱਗੇ ਲਿਜਾਣਾ ਚਾਹੁੰਦੇ ਸੀਗੇ। ਉਹਨਾਂ ਨੂੰ ਸੁਣਨ 'ਚ ਅੱਛਾ ਲੱਗਦਾ ਸੀ ਤੇ ਉਹਨਾਂ ਨੂੰ ਵੀ ਸੀਗਾ ਸ਼ੌਂਕ ਕਿ ਹਾਂ ਮਤਲਬ ਮੈਂ ਜੋ ਸੁਣਦਾ ਵਾਂ ਉਹ ਸਾਰੀ ਦੁਨੀਆ ਸੁਣੇ ਕਿ ਮੇਰੀ ਬੇਟੀ ਅੱਛਾ ਗਾ ਸਕਦੀ ਹੈ। ਤੇ ਬਸ ਹੌਲੀ ਹੌਲੀ ਇਸ ਤਰ੍ਹਾਂ ਕਰਦੇ ਉਹ ਔਨਲਾਈਨ ਕੰਪੀਟੀਸ਼ਨ 'ਚ ਉਹਨਾਂ ਨੇ ਕਿਸੇ 'ਚ ਇਹਨੂੰ ਭੇਜਿਆ, ਇਹਦਾ ਵੀਡੀਓ ਭੇਜਿਆ ਤੇ ਉਹਦੇ ਵਿੱਚ ਇਹਨੇ ਫਸਟ ਪ੍ਰਾਈਜ਼ ਲਿੱਤਾ, ਵਿਨਰ ਰਹੀ ਉਹਦੀ। ਤੇ ਉਸ ਤੋਂ ਬਾਅਦ ਉਹਨਾਂ ਨੇ ਫਿਰ ਇਸ ਤਰ੍ਹਾਂ ਹੀ ਉੱਥੋਂ ਹੀ ਕਿਸੇ ਨੇ ਸਾਨੂੰ ਗਾਈਡ ਕੀਤਾ ਕਿ ਇਸ ਤਰ੍ਹਾਂ ਸੋਨੀ ਤੇ ਸੁਪਰਸਟਾਰ ਸਿੰਗਰ 2 ਦੇ ਆਡੀਸ਼ਨ ਸਟਾਰਟ ਹੋ ਰਿਹਾ ਤੇ ਤੁਸੀਂ ਔਨਲਾਈਨ ਫਾਰਮ ਭਰੋ। ਤੇ ਅਸੀਂ ਫਿਰ ਇਸ ਤਰ੍ਹਾਂ ਔਨਲਾਈਨ ਉਹਦੇ ਵਿੱਚ ਫਾਰਮ ਵਗੈਰਾ ਫਿਲ ਕੀਤਾ ਤੇ ਬਸ ਉੱਥੋਂ ਸਿਲੈਕਟ ਹੁੰਦੀ ਸਾਨੂੰ ਕਾਲ ਆ ਗਈ। ਉੱਥੇ ਵੀ ਇਹਨੇ ਕਲੀਅਰ ਕਰ ਲਿਆ ਆਡੀਸ਼ਨ ਔਰ ਮਤਲਬ ਔਨਲਾਈਨ ਰਾਊਂਡ ਕਲੀਅਰ ਕੀਤੇ ਤੇ ਬਸ ਕਰਦੇ ਇਸ ਤਰ੍ਹਾਂ ਫਿਰ ਉਹਨਾਂ ਨੇ ਬੰਬੇ ਤੋਂ ਕਾਲ ਆਈ, ਬੰਬੇ ਬੁਲਾਇਆ, ਬੰਬੇ ਵੀ ਇਹਨੇ ਆਡੀਸ਼ਨ ਦਿੱਤੀ। ਬਹੁਤ ਮਿਹਨਤ ਸੀ ਜੇ ਅੱਜ ਉਹਨੂੰ ਇੰਨੀ ਸਫਲਤਾ ਮਿਲੀ ਹੈ, ਬਟ ਉਹਦੇ ਪਿੱਛੇ ਉਹਦਾ ਹਾਰਡ ਵਰਕ ਹੈ, ਉਹਦਾ ਤੇ ਉਹਦੇ ਪਾਪਾ ਦਾ। ਦੋਸਤੋ ਇਸ ਤਰ੍ਹਾਂ ਦੀਆਂ ਖਬਰਾਂ ਕੱਲ ਫਿਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ। ਤਦ ਤੱਕ ਲਈ ਕੁਲਵੰਤ ਸਿੰਘ ਗਿੱਲ ਨੂੰ ਇਜਾਜ਼ਤ ਦਿਓ। ਰੱਬ ਰਾਖਾ।